ਗੁਰੂ ਬਾਰ ਸ੍ਰੀ ਹਰਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਨ ਬੀਤਿਓ ਸੰਧਿਆ ਭਈ ਸ਼ਾਹ ਕਰੀ ਜਿਸ ਭਾਏ ਤਕਰਾਈ ਸਭ ਬਿਧ ਕਰੀ ਲੋਹ ਕਨਾਤ ਲਗਾਏ। ਦਿਨ ਬੀਤਿਓ ਸੰਧਿਆ ਭਈ ਸ਼ਾਹ ਕਰੀ ਜਿਸ ਭਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਇਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਸਤਿਗੁਰੂ ਗਰੀਬ ਨਵਾਜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤਾ। ਚਤੁਰ ਦਿਸ਼ਾ ਕੀਨੋ ਬਾਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਲੜੀਵਾਰ ਕਥਾ ਆਪ ਜੀ ਸਤਿਗੁਰੂ ਛੇਵੇਂ ਪਾਤਸ਼ਾਹ ਵੱਡ ਜੋਧੇ ਸਤਿਗੁਰੂ ਵੱਡੇ ਪਰਉਪਕਾਰੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਸੁਭਾਏਮਾਨ ਹਨ। ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਮਿਲਣ ਵਾਸਤੇ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਪਹੁੰਚੇ ਹਨ। ਮਹਾਰਾਜ ਜੀ ਨੇ ਬਾਬਾ ਜੀ ਨੂੰ ਬਚਨ ਕੀਤਾ ਸਾਡੇ ਮਾਤਾ ਜੀ ਨੂੰ ਸਾਡੀ ਖਬਰ ਜਿਹੜੀ ਹੈ ਬਾਬਾ ਜੀ ਉਹ ਲਿਖ ਕੇ ਭੇਜ ਦਿਓ। ਬਾਬਾ ਜੀ ਨੇ ਉਹ ਖਬਰ ਲਿਖ ਕੇ ਭੇਜੀ ਹੈ। 5 ਗੁਰੂ ਕੇ ਸਿੱਖ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਗਏ ਸਨ ਉਹਨਾਂ 5 ਵਿੱਚੋਂ 2 ਨੇ ਫਿਰ ਵਿਚਾਰ ਕੀਤੀ ਬਾਬਾ ਬੁੱਢਾ ਜੀ ਦੇ ਕਹਿਣ ਦੇ ਅਨੁਸਾਰ ਬਾਦਸ਼ਾਹ ਨੂੰ ਡਰਾਉਣ ਦੀ। ਕਿਉਂ? ਬਾਦਸ਼ਾਹ ਗੁਰੂ ਜੀ ਨੂੰ ਕਿਲ੍ਹੇ ਦੇ ਵਿੱਚ ਬਿਠਾ ਕੇ ਗੁਰੂ ਜੀ ਨੂੰ ਇਹ ਕਹਿ ਕੇ ਕਿ ਮੇਰੇ ਵਾਸਤੇ ਤੁਸੀਂ ਜਪ ਤਪ ਕਰੋ। ਬਾਦਸ਼ਾਹ ਗੁਰੂ ਜੀ ਦਾ ਆਪ ਚੇਤਾ ਹੀ ਭੁਲਾ ਬੈਠਾ ਹੈ ਜੀ। ਗੁਰੂ ਕੇ ਸਿੱਖ ਬੜੀ ਕਮਾਈ ਵਾਲੇ ਸਨ। ਮੈਂ ਬੇਨਤੀ ਕਰਾਂ ਕੱਲ੍ਹ ਤੁਸੀਂ ਕਥਾ ਸੁਣੀ ਹੈ ਨਾਮ ਜਪਣ ਵਾਲੇ ਸਨ। ਨਾਮ ਦਾ ਪ੍ਰਤਾਪ ਬਹੁਤ ਵੱਡਾ ਸੰਗਤ ਜੀ। ਸਾਡੇ ਕੋਲ ਜਪ ਨਹੀਂ ਹੁੰਦਾ ਉਂਝ ਨਾਮ ਦਾ ਪ੍ਰਤਾਪ ਬਹੁਤ ਵੱਡਾ ਹੈ। 2 ਗੁਰੂ ਕੇ ਸਿੱਖ ਫਿਰ ਰਾਤ ਡਰਾਉਣੇ ਸ਼ੇਰ ਬਣ ਕੇ ਬਾਦਸ਼ਾਹ ਦੀ ਛਾਤੀ 'ਤੇ ਜਾ ਕੇ ਪੈਰ ਰੱਖੇ ਜੀ। ਬਾਦਸ਼ਾਹ ਡਰ ਗਿਆ ਜੀ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਸੁੱਤੇ ਪਏ ਹੋਈਏ ਅੱਖਾਂ ਖੁੱਲ੍ਹ ਗਏ
ਤੇ ਸ਼ੇਰਾਂ ਨੇ ਪੈਰ ਰੱਖੇ ਹੋਣ ਬੰਦੇ ਦੇ ਉੱਤੇ ਤੇ ਸਾਹ ਮੁੜ ਵਾਪਸ ਨਹੀਂ ਆਉਂਦਾ ਜੀ। ਸ਼ੇਰ ਤੇ ਕਿਤੇ ਮਹੱਲੇ ਵਿੱਚ ਹੀ ਆ ਜਾਏ ਤੇ ਬੰਦੇ ਦਾ ਤਰਾਹ ਨਿਕਲ ਜਾਂਦੇ ਆ, ਤੇ ਸ਼ੇਰ ਹੀ ਆ ਜੀ। ਗੁਰੂ ਜੀ ਦਾ ਵੱਡਾ ਪ੍ਰਤਾਪ, ਗੁਰੂ ਜੀ ਦੇ ਸਿੱਖਾਂ ਦਾ ਵੱਡਾ ਪ੍ਰਤਾਪ। ਕਈ ਕਹਿਣਗੇ ਕਿਵੇਂ ਹੋ ਸਕਦਾ, ਬੰਦਾ ਕਿਵੇਂ ਸ਼ੇਰ ਬਣ ਸਕਦਾ? ਅਸੀਂ ਨਹੀਂ ਬਣ ਸਕਦੇ, ਉਹ ਕਮਾਈ ਵਾਲੇ ਬਣ ਸਕਦੇ ਨੇ ਜੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੀ ਕਥਾ ਕਰਕੇ ਬਾਹਰ ਆਏ। ਇੱਕ ਤਰਕੀ ਮਹਾਂਪੁਰਖਾਂ ਨੂੰ ਕਹਿਣ ਲੱਗਾ, ਕਹਿੰਦਾ ਮਹਾਂਪੁਰਖੋ ਮੈਂ ਨਹੀਂ ਇਹ ਮੰਨਦਾ ਹੈ, ਇਹ ਕਿਵੇਂ ਹੋ ਸਕਦਾ ਹੈ? ਇੱਕ ਬੰਦਾ ਮਾਰ ਕੇ ਬਰਸ਼ੀ ਤੇ ਹਾਥੀ ਨੂੰ ਸੁੱਟ ਦੇਵੇ, ਮੈਂ ਨਹੀਂ ਮੰਨਦਾ। ਤੇ ਸੰਤ ਕਹਿੰਦੇ ਵੀ ਮੈਂ ਤੇਰੀ ਤੇ ਕਥਾ ਸੁਣਾਈ ਨਹੀਂ, ਕਹਿਣ ਲੱਗੇ ਕਥਾ ਤੇ ਭਾਈ ਬਚਿੱਤਰ ਸਿੰਘ ਜੀ ਦੀ ਹੋਈ ਹੈ, ਤੂੰ ਨਹੀਂ ਕਰ ਸਕਦਾ, ਭਾਈ ਬਚਿੱਤਰ ਸਿੰਘ ਤੇ ਕਰ ਸਕਦੇ ਆ ਨਾ। ਸੰਗਤ ਦੀ ਇਹ ਸ਼ਕਤੀਆਂ ਤਾਕਤਾਂ ਸਾਡੇ ਕੋਲ ਨਾ ਹੋਣ। ਗੁਰਸਿੱਖ ਕਮਾਈ ਵਾਲੇ ਸਨ ਜੀ। ਜਦੋਂ ਛਾਤੀ ਤੇ ਚੜ੍ਹ ਗਏ ਨਾ ਜੀ ਸ਼ੇਰ ਬਣ ਕੇ, ਜਹਾਂਗੀਰ ਡਰਦਾ ਉੱਚੀ ਉੱਚੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲੈਣ ਲੱਗਾ। ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਬਚਾਉਂਦੇ ਉੱਥੇ ਆ ਕੇ। ਦਿਨੇ ਫਿਰ ਉਹਨੇ ਨਜੂਮੀ ਸੱਦੇ, ਚੰਦੂ ਹੋਣਾ ਨੂੰ ਸੱਦਿਆ, ਸਾਰਿਆਂ ਨੂੰ ਸੱਦ ਕੇ ਇਹ ਕਿਹਾ ਕਿ ਰਾਤ ਮੇਰੀ ਛਾਤੀ ਤੇ ਸ਼ੇਰ ਚੜ੍ਹੇ ਸੀ ਆ ਕੇ, ਔਰ ਤੋਂ ਬਾਅਦ ਮੈਂ ਸੁੱਤਾ ਨਹੀਂ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਆ ਕੇ ਬਚਾਇਆ। ਤੇ ਸੰਗਤ ਜੀ ਚੰਦੂ ਤੇ ਨਜੂਮੀ ਸਾਰੇ ਇਹ ਕਹਿਣ ਲੱਗੇ ਵੀ ਜਹਾਂਗੀਰ ਬਾਦਸ਼ਾਹ ਤੁਹਾਨੂੰ ਸੁਪਨਾ ਆਇਆ ਹੈ। ਗੱਜ ਕੇ ਆਖੋ ਵਾਹਿਗੁਰੂ। ਬਹੁਤ ਗੂੜੀ ਨੀਂਦ 'ਚ ਸੁਪਨਾ ਨਹੀਂ ਆਉਂਦਾ ਜੀ, ਸਖੋਪਤੀ ਵਿੱਚ ਸੁਪਨਾ ਨਹੀਂ ਆਉਂਦਾ। ਸਾਡੀ ਜ਼ਿੰਦਗੀ 'ਚ ਇੱਕ ਅਵਸਥਾ ਹੈ, ਆਰਾਮ ਕਰਦੇ ਜਦੋਂ, ਇੱਕ ਹੈ ਜਾਗਰਤ ਅਵਸਥਾ, ਅਸੀਂ ਤੁਸੀਂ ਜਾਗ ਰਹੇ ਹਾਂ। ਇੱਕ ਹੈ ਸਵਪਨ ਅਵਸਥਾ, ਲੰਮੇ ਪਏ ਆ, ਜਾਗੋ ਮਿੱਟੀ ਹੈ, ਉਹਨੂੰ ਸਵਪਨ ਅਵਸਥਾ ਕਹਿੰਦੇ ਆ। ਸੁੱਤੇ ਪਿਆਂ ਨੂੰ ਕਹਿੰਦੇ ਜੀ ਤੁਸੀਂ ਸਵਪਨ ਅਵਸਥਾ ਵਿੱਚ ਚਲੇ ਜਾਂਦੇ ਜੇ ਤੁਹਾਨੂੰ ਸੁਪਨਾ ਆਇਆ ਕਦੀ ਸ਼ੇਰ ਅੰਦਰ ਆ ਸਕਦੇ। ਮਹਿਲਾਂ 'ਚ ਸ਼ੇਰ ਕਿੱਥੇ ਆ ਗਏ? ਏਡਾ ਵੱਡਾ ਮਹਿਲ ਹੈ, ਕਿਸੇ ਪਹਿਰੇਦਾਰ ਨੇ ਨਹੀਂ ਵੇਖੇ, ਕਿਸੇ ਸਿਪਾਹੀ ਨੇ ਨਹੀਂ ਵੇਖੇ, ਤੇ ਸਿੱਧਾ ਹੀ ਤੁਹਾਡੀ ਛਾਤੀ ਤੇ ਆ ਗਏ। ਮਹਿਲ ਵਿੱਚ ਤਾਂ ਸ਼ੇਰ ਆਏ ਹੀ ਨਹੀਂ। ਜੇ ਸ਼ੇਰ ਆਉਂਦੇ ਰੌਲਾ ਪੈਣਾ ਸੀਗਾ, ਤੇ ਤੁਹਾਨੂੰ ਸੁਪਨਾ ਆਇਆ। ਉਹ ਬਾਦਸ਼ਾਹ ਬਥੇਰਾ ਆਖੇ ਵੀ ਮੈਨੂੰ ਸੁਪਨਾ ਨਹੀਂ ਆਇਆ, ਸੱਚੀ ਮੁੱਚੀ ਸ਼ੇਰ ਆਏ ਸੀਗੇ, ਪਰ ਮੰਨਣ ਵਾਲੇ ਨਹੀਂ ਮੰਨਦੇ ਜੀ। ਕਈ ਇਹ ਕਹਿਣ ਲੱਗ ਪਏ ਵੀ ਬਾਦਸ਼ਾਹ ਨੂੰ ਭੂਤ ਚਿੰਬੜ ਗਏ ਆ, ਬਾਦਸ਼ਾਹ ਪੁੱਠੀਆਂ ਗੱਲਾਂ ਕਰਨ ਲੱਗ ਪਏ ਆ। ਫਿਰ ਵੀ ਬਾਦਸ਼ਾਹ ਨੂੰ ਇੱਕ ਤਰੀਕਾ ਦੱਸਿਆ, ਤੁਸੀਂ ਲੋਹੇ ਦਾ ਪਿੰਜਰਾ ਬਣਾ ਕੇ ਉਹਦੇ ਵਿੱਚ ਆਰਾਮ ਕਰੋ, ਫਿਰ ਵੇਖਾਂਗੇ ਸ਼ੇਰ ਕਿਵੇਂ ਛਾਤੀ ਤੇ ਆ ਕੇ ਚੜ੍ਹਦੇ ਆ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਨ ਬੀਤਿਓ ਸੰਧਿਆ ਭਈ। ਸਾਰਾ ਦਿਨ ਬਾਦਸ਼ਾਹ ਆਪਣੇ ਫਿਰ ਕੰਮ ਕਾਰ ਕਰਦਾ ਰਿਹਾ, ਪਰ ਡਰਿਆ ਰਿਹਾ ਜੀ। ਸ਼ਾਮਾਂ ਪੈ ਗਈਆਂ, ਸ਼ਾਹ ਕਰੀ ਜਿਸ ਭਾਏ। ਬਾਦਸ਼ਾਹ ਨੇ ਫਿਰ ਉਸੇ ਤਰ੍ਹਾਂ ਹੀ ਕੀਤਾ ਜੀ, ਜਿਵੇਂ ਨਜੂਮੀਆਂ ਨੇ ਆਖਿਆ ਸੀਗਾ। ਹਾਂਜੀ, ਤਕਰਾਈ ਸਭ ਵਿਧ ਕਰੀ, ਲੋਹ ਕਨਾਤ ਲਗਾਏ। ਆਪਣੇ ਪਲੰਘੇ ਦੇ ਆਲੇ ਦੁਆਲੇ ਲੋਹੇ ਦਾ ਪਿੰਜਰਾ ਬਣਾ ਲਿਆ ਜੀ ਉਹਨੇ ਜੀ। ਹਾਂਜੀ, ਚੌਪਈ ਜਾਰ ਲੋਹ ਕੇ ਉੱਪਰ ਤਨਿਓ। ਹਾਂ, ਉੱਪਰ ਬੜਾ ਸੋਹਣਾ ਜਾਲ ਬਣਾ ਲਿਆ ਜੀ ਲੋਹੇ ਦਾ ਜੀ।
ਹਾਂਜੀ। ਚਾਹੋਂ ਦਿਸ਼ ਮੈਂ ਜਨ ਪਿੰਜਰ ਬਨਿਓ। ਮਾਨੋ ਵੀ ਉਹਨੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਕਿ ਬੈੱਡ ਦੇ ਆਲੇ ਦੁਆਲੇ ਪਿੰਜਰਾ ਹੋਵੇ, ਪਿੰਜਰਾ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਵੇਖੋ ਵੀ ਘਰ ਦੇ ਵਿੱਚ ਬੈਠਾ ਹੀ ਕੈਦ ਵਿੱਚ ਹੋ ਗਿਆ ਜੀ। ਹਾਂਜੀ। ਬ੍ਰਿੰਦ ਪਾਹਰੂ ਦਵਾਰ ਸੁਚੇਤ। ਤੇ ਬੜੇ ਪਹਿਰੇਦਾਰ ਉਹਨੇ ਦਰਵਾਜ਼ੇ ਦੇ ਉੱਤੇ ਲਗਾਏ ਜੀ, ਵੀ ਧਿਆਨ ਨਾਲ ਕੋਈ ਅੰਦਰ ਨਾ ਆਵੇ। ਹਾਂਜੀ। ਖਰੇ ਕਰੇ ਜਾਗਨ ਕੇ ਹੇਤ। ਉਹ ਪਹਿਰੇਦਾਰ ਜਾਗਦੇ ਰਹੇ ਜੀ। ਹਾਂਜੀ। ਸਭ ਬਿਦ ਸੋਂ ਕਰਕੇ ਤਕਰਾਈ। ਹਰ ਤਰ੍ਹਾਂ ਦੇ ਨਾਲ ਸਖਤ ਪਹਿਰਾ ਲਵਾ ਕੇ ਜੀ। ਸੁਪਤਿਓ ਸ਼ਾਹ ਨੀਂਦ ਤਬ ਆਈ। ਜਹਾਂਗੀਰ ਸੌਂ ਗਿਆ ਜੀ, ਨੀਂਦ ਆ ਗਈ ਜੀ। ਨੀਂਦ ਤਾਂ ਕਹਿੰਦੇ ਕੰਢਿਆਂ ਤੇ ਵੀ ਆ ਜਾਂਦੀ, ਆਈ ਹੋਵੇ ਸਹੀ ਜੀ। ਹਾਂਜੀ। ਅਰਧ ਰਾਤ ਲਓ ਸੇਵਤ ਰਹਿਓ। ਅੱਧੀ ਰਾਤ ਤੱਕ ਜਹਾਂਗੀਰ ਸੁੱਤਾ ਜੀ। ਆਸੇ ਪਾਸੇ ਲੋਹੇ ਦਾ ਪਿੰਜਰਾ ਜੀ, ਬਾਹਰ ਪਹਿਰੇਦਾਰ ਖਲੋਤੇ ਹੈ। ਹਾਂਜੀ। ਬਾਹਰ ਤਰਾਸ ਤੈਸੇ ਤਬ ਲਹਿਓ। ਬਸ ਫਿਰ ਅੱਧੀ ਰਾਤ ਫਿਰ ਆ ਗਏ ਜੀ ਯੋਧੇ ਬਣ ਕੇ ਸ਼ੇਰ। ਦੋਨੋਂ ਦਿਸ਼ਤੇ ਦਾਰੁਨ ਸ਼ੇਰ। ਦੀਰਘ ਦਾਂਤ ਸੋ ਆਵਤ ਹੇਰ। ਗੱਜ ਕੇ ਆਖੋ। ਅੱਧੀ ਰਾਤ ਉਹਨੂੰ ਸ਼ੇਰ ਦੇ ਗਰਜਣ ਦੀ ਆਵਾਜ਼ ਸੁਣੀ ਜੀ। ਅੱਖਾਂ ਖੁੱਲੀਆਂ, ਕੀ ਵੇਖਦਾ? ਵੱਡਾ ਕਮਰਾ ਉਹਦਾ, ਇੱਕ ਸ਼ੇਰ ਇੱਧਰੋਂ ਆ ਰਿਹਾ ਤੇ ਇੱਕ ਇੱਧਰੋਂ ਆ ਰਿਹਾ ਜੀ। ਹਾਂਜੀ। ਬੋਲਿਓ ਡਰਤ ਹਾਥ ਕੋ ਬੰਦ। ਰਾਖੋ ਮੋਹੇ ਸ਼੍ਰੀ ਹਰਗੋਬਿੰਦ। ਬਸ ਫਿਰ ਕੀ ਸੀਗਾ ਜੀ, ਉਹ ਜਦੋਂ ਸ਼ੇਰ ਨੇੜੇ ਆਈ ਜਾਣ, ਪਿੰਜਰੇ ਵੱਲ ਆਈ ਜਾਣ, ਉੱਚੀ ਦਿੱਤੀ ਬੋਲਿਆ, ਹੱਥ ਜੋੜ ਲਏ, ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਮੈਨੂੰ ਬਚਾ ਲਓ। ਹਾਂਜੀ। ਇੱਕ ਤੁਮ ਹੋ ਨਿਤ ਮਮ ਰਖਵਾਰੇ। ਬਨੋ ਸਹਾਇਕ ਦਾਸ ਤੁਮਾਰੇ। ਮਹਾਰਾਜ ਮੈਨੂੰ ਨੌਕਰ ਜਾਣੋ, ਆਪਣਾ ਨੌਕਰ ਸਮਝੋ, ਦਾਸ ਸਮਝੋ ਤੇ ਮੈਨੂੰ ਬਚਾ ਲਓ। ਬਿਨੈ ਸੁਨੀ ਪ੍ਰਭ ਦੌਰਤ ਆਏ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਦੋਂ ਬਾਦਸ਼ਾਹ ਰੋ ਕੇ ਕੁਰਲਾ ਕੇ ਕਹਿਣ ਲੱਗਾ ਨਾ ਜੀ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚ ਆਰਾਮ ਕਰ ਰਹੇ ਸਨ, ਮਹਾਰਾਜ ਉਸੇ ਵੇਲੇ ਤਤਕਾਲ ਹੀ ਆ ਗਏ ਜੀ। ਹਾਂਜੀ। ਕਰ ਰੁਮਾਲ ਧਰ ਦੋਹਨ ਹਟਾਏ। ਮਹਾਰਾਜ ਨੇ ਇਸ ਤਰ੍ਹਾਂ ਰੁਮਾਲ ਫੜ ਕੇ ਨਾ ਦੋਵਾਂ ਨੂੰ ਦੂਰ ਕਰ ਕੀਤਾ ਜੀ। ਹਾਂਜੀ। ਜਿਉਂ ਜਿਉਂ ਮੁਖ ਪਸਾਰ ਕਰ ਆਵੈ, ਤਿਉਂ ਤਿਉਂ ਸਤਿਗੁਰ ਦੂਰ ਹਟਾਵੈ। ਪਰ ਅੱਜ ਫਿਰ ਸ਼ੇਰਾਂ ਨੂੰ ਗੁੱਸਾ ਸੀਗਾ ਵੀ ਇਹਨੇ ਮਹਾਰਾਜ ਨੂੰ ਅਜੇ ਤੱਕ ਛੱਡਿਆ ਹੀ ਨਹੀਂ ਹੈ, ਤੇ ਉਹ ਨਾ ਜੀ ਹੋਰ ਨੇੜੇ ਆਉਣ, ਹੋਰ ਨੇੜੇ ਆਉਣ। ਮਹਾਰਾਜ ਤਿਉਂ ਤਿਉਂ ਰੁਮਾਲ ਦੇ ਨਾਲ ਹੀ ਉਹਨਾਂ ਨੂੰ ਡਰਾ ਕੇ ਪਰਾਂ ਕਰਨ ਜੀ। ਹਾਂਜੀ। ਚਤੁਰ ਘਟੀ ਲਗ ਕੇ ਹਰ ਰਹੇ। ਪਰ ਫਿਰ ਵੀ 4 ਘੜੀਆਂ ਮੋਰਚਾ ਲਾਈ ਰੱਖਿਆ ਜੀ ਉਹਨਾਂ ਨੇ ਜੀ, ਸ਼ੇਰਾਂ ਨੇ ਜੀ। ਉਹ ਅੰਦਰ ਹੀ ਰਹੇ ਜੀ ਉਹਦੇ ਕੰਮ। ਇਹ ਮਾਰੇ ਚੀਕਾਂ, ਗੁਰੂ ਹਰਗੋਬਿੰਦ ਸਾਹਿਬ ਭਜਾਉਣ ਉਹਨਾਂ ਸ਼ੇਰਾਂ ਨੂੰ। ਹਾਂਜੀ। ਨਰ ਮੁਖ ਕਰ ਐਸੇ ਬਚ ਕਹੇ। ਤੇ ਫਿਰ ਨਾ ਜੀ ਬੰਦੇ ਦੀ ਆਵਾਜ਼ ਦੇ ਵਿੱਚ ਉਹ ਸ਼ੇਰ ਇਸ ਤਰ੍ਹਾਂ ਕਹਿਣ ਲੱਗੇ, ਜੋ ਸਤਿਗੁਰ ਦੇ ਹੱਥ ਬਚਾਵੈ, ਤਿਸ ਕੀ ਮਹਿਮਾ ਕਿਉਂ ਬਿਸਰਾਵੈ। ਜੋ ਸਤਿਗੁਰ ਦੇ ਹੱਥ ਬਚਾਵੈ, ਤਿਨ ਕੀ ਮਹਿਮਾ ਕਿਉਂ ਬਿਸਰਾਵੈ। ਕਹਿੰਦੇ ਉਹ ਜਹਾਂਗੀਰ, ਜਿਹੜੇ ਗੁਰੂ ਜੀ ਤੈਨੂੰ ਬਚਾਉਂਦੇ ਆ, ਤੂੰ ਉਹਨਾਂ ਦੀ ਮਹਿਮਾ ਨੂੰ ਭੁੱਲ ਕਿਉਂ ਜਾਂਦਾ? ਹਾਂਜੀ। ਨਿਸਮਹਿ ਤਰਾਸਤ ਨਿਕਟ ਬੁਲਾਵਤ, ਦਿਨ ਮੈਂ ਦੂਰ ਰਾਖ ਬੇਭਾਵਤ। ਸਾਰੀ ਦਿਹਾੜੀ ਯਾਦ ਨਹੀਂ ਕਰਦਾ, ਰਾਤ ਬਾਜਾਂ ਮਾਰਨਾ ਹੈ ਉਹਨਾਂ ਨੂੰ। ਗੱਜ ਕੇ ਆਖੋ। ਸਾਰੀ ਦਿਹਾੜੀ ਤੇ ਤੂੰ ਯਾਦ ਹੀ ਨਹੀਂ ਕਰਦਾ, ਸਾਰੀ ਦਿਹਾੜੀ ਤੇ ਦੂਰ ਰੱਖਦਾ, ਰਾਤ ਫਿਰ ਉੱਠ ਉੱਠ ਕੇ ਉਹਨਾਂ ਦਾ ਨਾਮ ਲੈਂਦਾ। ਹਾਂਜੀ। ਖਾਏ ਜਾਤ ਹਮ ਤਿਆਗਤ ਨਾਹੀ, ਸ਼੍ਰੀ ਗੁਰ ਜੇ ਅਬ ਆਏ ਨਾ ਪਾਹੀ। ਤੇ ਸ਼ੇਰ ਕਹਿੰਦੇ ਅਸੀਂ ਤੈਨੂੰ ਖਾ ਜਾਣਾ ਸੀ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਨਾ ਆਉਂਦੇ। ਹਾਂਜੀ। ਸਮਝੋ ਭਲੇ ਆਜ ਤੁਮ ਛੋਰਾ। ਸਮਝ ਲੈ ਵੀ ਤੇਰਾ ਭਲਾ ਹੋ ਗਿਆ, ਗੁਰੂ ਸਾਹਿਬ ਆ ਗਏ, ਤੈਨੂੰ ਛੱਡ ਦਿੱਤਾ ਹੀ ਅਸੀਂ। ਇਮ ਕਹਿ ਲੋਪ ਭਏ ਤਿਸ ਠੌਰਾ। ਇਹ ਕਹਿ ਕੇ ਤੇ ਉਹ ਗੁਪਤ ਹੋ ਗਏ ਜੀ ਸ਼ੇਰ ਜੀ।
ਹਾਂਜੀ। ਬਾਹਰ ਨਾ ਨੀਂਦ ਸ਼ਾਹ ਕੋ ਆਈ। ਫਿਰ ਕਿੱਥੋਂ ਨੀਂਦ ਆਉਣੀ ਸੀਗੀ ਮੁੜ ਜੀ? ਮੁੜ ਬਾਦਸ਼ਾਹ ਜਾਗਦਾ ਹੀ ਰਿਹਾ ਸਾਧ ਸੰਗਤ ਜੀ, ਉਹਨੂੰ ਨੀਂਦ ਨਹੀਂ ਆਈ। ਕਿਆ ਅਚਰਜ ਕੁਛ ਲਖਿਓ ਨਾ ਜਾਈ। ਤੇ ਕੁਝ ਸਮਝ ਨਹੀਂ ਆਉਂਦੀ, ਹੱਦ ਹੋ ਗਈ। ਪਹਿਰੇਦਾਰ ਕਹਿੰਦੇ ਅਸੀਂ ਕਿਸੇ ਨੂੰ ਅੰਦਰ ਨਹੀਂ ਆਉਂਦਿਆਂ ਵੇਖਿਆ, ਤੇ ਸ਼ੇਰ ਅੰਦਰ ਆ ਜਾਂਦੇ ਆ। ਆਖੋ ਵਾਹਿਗੁਰੂ। ਵਾਹ। ਪਹਿਰੇਦਾਰ ਕਹਿੰਦੇ ਜੀ ਅੰਦਰ ਕੋਈ ਆਇਆ ਹੀ ਨਹੀਂ, ਮੇਰੇ ਕਮਰੇ 'ਚ ਸ਼ੇਰ ਆ ਜਾਂਦੇ ਆ। ਉਹਨੂੰ ਸਮਝ ਨਹੀਂ ਆਉਂਦੀ ਅਸਲ ਵਿੱਚ ਕੌਣ ਨੇ ਇਹ ਸ਼ੇਰ। ਇਹ ਭਾਈ ਜੇਠਾ ਜੀ ਤੇ ਭਾਈ ਪਿਰਾਣਾ ਜੀ ਹਨ ਜੀ, ਸ਼ਕਤੀ ਧਾਰ ਕੇ ਆਉਂਦੇ ਆ ਜੀ। ਹਾਂਜੀ। ਗੁਰ ਕੀ ਮਹਿਮਾ ਭਾਖਤ ਸ਼ੇਰ, ਨਰ ਮੁਖ ਕਰ ਛਪ ਜਾਵਤ ਫੇਰ। ਕਹਿਣ ਲੱਗਾ, ਵਿਚਾਰ ਕਰਦਾ ਵੀ ਕੱਲ ਵੀ ਸ਼ੇਰ ਮਹਾਰਾਜ ਦੀ ਵਡਿਆਈ ਕਰਕੇ ਗਏ, ਅੱਜ ਵੀ ਕਰਕੇ ਗਏ, ਫਿਰ ਅਲੋਪ ਹੋ ਜਾਂਦੇ ਆ, ਫਿਰ ਬੋਲਦੇ ਇਸ ਤਰ੍ਹਾਂ ਜਿਵੇਂ ਬੰਦੇ ਬੋਲ ਰਹੇ ਹੋਣ ਜੀ। ਹਾਂਜੀ। ਕਿਉਂ ਕੇਹਰ ਬਨ ਕੇ ਇਹ ਆਵੈ, ਕਿਸ ਕਾਰਨ ਤੇ ਤਰਾਸ ਉਪਾਵੈ। ਕੌਣ ਹੈ ਜਿਹੜਾ ਸ਼ੇਰ ਬਣ ਕੇ ਆਉਂਦਾ ਹੈ, ਮੈਨੂੰ ਡਰਾ ਦਿੰਦੇ ਆ। ਹਾਂਜੀ। ਚਿਤਵਤ ਚਿਤ ਪ੍ਰਭਾਤ ਹੋਏ ਆਈ। ਸੋਚਦਿਆਂ ਸੋਚਦਿਆਂ ਦਿਨ ਚੜ ਗਿਆ। ਜਦੋਂ ਰਾਤ ਸ਼ੇਰਾਂ ਦੇ ਦਰਸ਼ਨ ਹੋ ਜਾਣ ਮੁੜ ਨੀਂਦ ਥੋੜੀ ਆਉਂਦੀ ਹੈ ਜੀ। ਮੁੜ ਕਿੱਥੋਂ ਨੀਂਦ ਆਉਂਦੀ ਜੀ? ਅੱਖਾਂ ਬੰਦ ਹੀ ਨਹੀਂ ਹੁੰਦੀਆਂ ਜੀ। ਸੋਚਦਿਆਂ ਸੋਚਦਿਆਂ ਦਿਨ ਚੜ ਗਿਆ। ਸ਼ਾਹ ਚਿੰਤ ਬਸ ਉੱਠ ਸਹਸਾਈ। ਬਸ ਉਹਨੂੰ ਚਿੰਤਾ ਲੱਗੀ ਹੈ, ਬੈਠਾ ਮੰਜੇ ਆਪਣੇ ਤੇ, ਆਸੇ ਪਾਸੇ ਲੋਹੇ ਦਾ ਪਿੰਜਰਾ ਹੈ ਜੀ। ਚੰਦੂ ਸਹਿਤ ਨਜੂਮੀ ਸਿਆਣੇ, ਅਰ ਜੇਤਕ ਉਮਰਾਵ ਮਹਾਨੇ। ਉੱਠਿਆ, ਨਹਾਤਾ ਧੋਤਾ ਤੇ ਚੰਦੂ ਨੂੰ ਸੱਦ ਲਿਆ, ਆਪਣੇ ਵਜ਼ੀਰਾਂ ਨੂੰ ਸੱਦ ਲਿਆ ਤੇ ਨਜੂਮੀਆਂ ਨੂੰ ਸੱਦ ਲਿਆ। ਅਸੀਂ ਕਹਿੰਦੇ ਸਿਆਣਾ, ਹਾਂਜੀ, ਜਿਹੜੇ ਪੁੱਛਾਂ ਦਿੰਦੇ ਆ। ਮੁਸਲਮਾਨ ਧਰਮ 'ਚ ਨਜੂਮੀ ਕਹਿੰਦੇ ਆ। ਹਾਂਜੀ। ਪਾਠ ਕਰ ਨਰਸੇ ਸਰਬ ਹਕਾਰੇ, ਝੁਕ ਝੁਕ ਆਏ ਸਲਾਮ ਉਚਾਰੇ। ਸਾਰੇ ਆ ਗਏ ਜੀ, ਝੁਕ ਝੁਕ ਕੇ ਉਹਨੂੰ ਸਲਾਮਾਂ ਕਰਨ, ਬਾਦਸ਼ਾਹ ਦਾ ਸਤਿਕਾਰ ਕਰਨ। ਕਹਿਓ ਭਲੀ ਕੀਨਸ ਤਕਰਾਈ, ਗੁਰ ਰਾਖਿਓ ਨਤ ਲੀਨਸ ਖਾਈ। ਤੇ ਕਹਿੰਦੇ ਬਾਦਸ਼ਾਹ ਸਲਾਮਤ, ਕੀ ਗੱਲ ਤੜਕੇ ਹੀ ਸੱਦ ਲਿਆ? ਤੇ ਬਾਦਸ਼ਾਹ ਕਹਿੰਦਾ ਬੜੀ ਤਕੜਾਈ ਕੀਤੀ ਸੀ, ਬੜੇ ਪਹਿਰੇ ਲਾ ਵੇਖ ਲਏ, ਉਹ ਸ਼ੇਰ ਤੇ ਫੇਰ ਆ ਜਾਂਦੇ ਆ। ਉਹ ਤੇ ਮਹਾਰਾਜ ਮੈਨੂੰ ਬਚਾ ਲੈਂਦੇ, ਕਹਿੰਦਾ ਆ ਕੇ। ਹਾਂਜੀ। ਲੋ ਪਿੰਜਰੇ ਸਮ ਕਰਵਾਇਓ। ਕਹਿਣ ਲੱਗਾ ਲੋਹਾ ਇੰਨਾ ਲਵਾਇਆ ਆਸੇ ਪਾਸੇ ਜਿਵੇਂ ਮੈਂ ਪਿੰਜਰੇ 'ਚ ਲੰਮੇ ਪਿਆ ਹੁੰਨਾ। ਦਵਾਰ ਪਾਹਰੂ ਕੋ ਸਮਦਾਇਓ। ਬਾਹਰ ਪਹਿਰੇਦਾਰ ਵੀ ਖਿਲਾਰੇ ਸੀ। ਹਾਂਜੀ। ਰੁਕੇ ਨਾ ਕਿਉਂ ਹੂੰ ਤੈਸੇ ਆਏ। ਪਰ ਉਹ ਸ਼ੇਰ ਤੇ ਫੇਰ ਨੀਚੇ ਰੁਕੇ, ਕਹਿੰਦਾ ਫੇਰ ਆ ਗਏ। ਮੁਖ ਪਸਾਰ ਚਾਹਤ ਲੈ ਖਾਏ। ਤੇ ਰਾਤ ਕਹਿ ਕੇ ਗਏ ਸੀ ਵੀ ਤੈਨੂੰ ਖਾ ਲੈਣਾ ਅਸੀਂ, ਤੇ ਸ਼ੇਰ ਕਹਿੰਦੇ ਨਹੀਂ ਹੁੰਦੇ, ਕਰਦੇ ਵੀ ਹੁੰਦੇ ਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਮੈਂ ਇੱਕ ਸਥਾਨ ਤੇ ਗਿਆ ਹਾਂ ਜੀ, ਮਰੇ ਸ਼ੇਰ ਦੀ ਖੱਲ ਲਾ ਕੇ ਨਾ ਜੀ, ਮਰੇ ਸ਼ੇਰ ਦੀ, ਚੀਤੇ ਦੀ ਜੀ, ਸ਼ੇਰ ਦੀ ਨਹੀਂ ਚੀਤੇ ਦੀ ਜੀ। ਤੇ ਫਿਰ ਲੱਕੜ ਦਾ ਚੀਤਾ ਬਣਾ ਕੇ ਤੇ ਉੱਤੇ ਪਾਈ ਸੀ ਉਹਨਾਂ ਨੇ ਜੀ। ਤਾਂ ਕਿੰਨਾ ਵੱਡਾ ਲੱਗਦਾ ਸੀਗਾ ਜੀ। ਤੇ ਤੁਸੀਂ ਹਿਸਾਬ ਲਾਓ ਵੀ ਇਹਦੇ ਕੋਲ ਤੇ ਸੱਚੀ ਦੇ ਬੱਬਰ ਸ਼ੇਰ ਹੁੰਦੇ ਜੀ ਰਾਤ ਜੀ। ਹਾਂਜੀ। ਗੁਰ ਸਿਮਰਿਓ ਤਿਨ ਆਨ ਬਚਾਇਓ। ਕਹਿੰਦਾ ਰਾਤ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਬਚਾਇਆ ਜੇ, ਮੈਨੂੰ ਬਚਾਇਆ। ਹਾਂਜੀ। ਬਲ ਕਰ ਬਾਹੁਨ ਦੋਹਨ ਹਟਾਇਓ। ਉਹਨਾਂ ਨੇ ਸ਼ਕਤੀ ਦੇ ਨਾਲ ਉਹਨਾਂ ਸ਼ੇਰਾਂ ਨੂੰ ਪਰਾਂ ਕੀਤਾ। ਹਾਂਜੀ। ਕਿਆ ਸ਼ਰਾਰ ਤੇ ਅਚਰਜ ਹੋਵਤ, ਹਾਂਜੀ। ਮਹਾ ਤਰਾਸ ਕੋ ਨਿਸਮੈ ਜੋਵਤ। ਗੱਜ ਕੇ ਆਖੋ। ਜਹਾਂਗੀਰ ਡਰਿਆ ਡਰਿਆ ਕਹਿਣ ਲੱਗਾ ਨਜੂਮੀਆਂ ਨੂੰ, ਉਹ ਨਜੂਮੀਓ ਕੋਈ ਉਪਾਅ ਕਰੋ, ਮੈਨੂੰ ਤੇ ਰਾਤ ਨੀਂਦ ਨਹੀਂ ਆਉਂਦੀ, ਮੇਰਾ ਤੇ ਬੜਾ ਬੁਰਾ ਹਾਲ ਹੈ। ਹਾਂਜੀ। ਕਿਉਂ ਨਾ ਵਿਚਾਰੋ ਕਰੋ ਮਿਟਾਵਨ। ਇਹਨੂੰ ਦੂਰ ਕਿਉਂ ਨਹੀਂ ਕਰਦੇ? ਕਹਿੰਦਾ ਇਹ ਸ਼ੇਰਾਂ ਨੂੰ ਕਿਉਂ ਨਹੀਂ ਦੂਰ ਕਰਦੇ? ਨਾਹੇ ਤਾਂ ਧਰਹਿ ਮੋਹੇ ਤਨ ਖਾਵਨ। ਉਦੋਂ ਹੀ ਮੈਨੂੰ ਬਚਾਓਗੇ? ਕਹਿਣ ਲੱਗਾ ਜਦੋਂ ਖਾ ਜਾਣਗੇ ਮੈਨੂੰ ਰਾਤ ਆ ਕੇ। ਹਾਂਜੀ। ਸੁਨਤ ਨਜ਼ੂਮੀ ਸਿਆਣੇ ਬ੍ਰਿੰਦ,
ਕਹਿਓ ਭਈ ਕੋ ਮਰਜ ਬਿਲੰਦ। ਉਹ ਨਜੂਮੀ ਕਹਿਣ ਲੱਗੇ ਹੱਦ ਹੋ ਗਈ ਬਾਦਸ਼ਾਹ, ਕਿਸੇ ਸਿਪਾਹੀ ਨੇ ਸ਼ੇਰ ਨਹੀਂ ਵੇਖਿਆ, ਕਿਸੇ ਪਹਿਰੇਦਾਰ ਨੇ ਸ਼ੇਰ ਨਹੀਂ ਦੇਖਿਆ, ਤੁਹਾਨੂੰ ਹੀ ਸ਼ੇਰ ਦਿਸਦੇ ਆ। ਗੱਜ ਕੇ ਆਖੋ ਵਾਹਿਗੁਰੂ। ਤੁਹਾਨੂੰ ਹੀ ਦਿਸਦੇ ਆ। ਜੇ ਸ਼ੇਰ ਆਏ ਹੋਣ ਤੇ ਅੰਦਰ ਆਉਂਦੇ ਤੇ ਕਿਸੇ ਨੂੰ ਵਿਖਣ, ਅੰਦਰ ਆਉਂਦੇ ਤੇ ਵਿਖਦੇ ਹੀ ਨਹੀਂ ਕਿਸੇ ਨੂੰ। ਤੇ ਸਾਰਿਆਂ ਨੇ ਸਲਾਹ ਕਰਕੇ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਤੁਹਾਨੂੰ ਇਲਾਜ ਦੀ ਲੋੜ ਹੈ। ਭਾਵ ਤੁਹਾਨੂੰ ਬਿਮਾਰੀ ਲੱਗ ਗਈ ਕੋਈ, ਕਹਿਣ ਲੱਗੇ। ਹਾਂਜੀ, ਦਾਨਸ਼ਵੰਦ ਤਬੀਬ ਹਕਾਰੋ। ਬੜੇ ਬੜੇ ਸਿਆਣੇ ਹਕੀਮ ਸੱਦੋ ਆਪਣੇ ਕੋਲ, ਪੁਰ ਸਗਰੇ ਨਰ ਊਚ ਉਚਾਰੋ। ਤੇ ਹੋਰ ਨਗਰ ਦੇ ਜਿਹੜੇ ਹਕੀਮ ਨੇ ਉਹ ਕੋਲ ਸੱਦੀਏ ਆਪਣੇ। ਸੁਨ ਹੈ ਆਪ ਕੋ ਨਾਮ ਜੇ ਸਿਆਣੇ, ਹਾਂਜੀ। ਆਵੇਂ ਸਭ ਵਿਦਿਆ ਜੋ ਜਾਣੈ। ਜਦੋਂ ਤੁਹਾਡਾ ਨਾਮ ਸੁਣਨਗੇ ਆਪੇ ਵਾਹਿਗੁਰੂ ਹਕੀਮ ਆਉਣਗੇ, ਹਕੀਮ ਦੱਸਣਗੇ ਵੀ ਤੁਹਾਨੂੰ ਕੀ ਹੁੰਦਾ, ਤੁਹਾਨੂੰ ਸ਼ੇਰ ਕਿਉਂ ਵਿਖਦੇ ਆ। ਸਾਧ ਸੰਗਤ ਜੀ, ਤੁਸੀਂ ਕਹੋਗੇ ਸ਼ਾਇਦ ਭਰਮ ਪਾਉਂਦਾ ਹੈ, ਭਰਮ ਪਾਉਣ ਵਾਲੀ ਗੱਲ ਨਹੀਂ ਹੈ। ਪਰ ਬਹੁਤ ਸਾਰੇ ਐਸੇ ਰੋਗ ਨੇ ਜਿਨ੍ਹਾਂ ਦਾ ਡਾਕਟਰਾਂ ਕੋਲ ਇਲਾਜ ਨਹੀਂ ਹੈਗਾ ਜੀ। ਆਖੋ ਬੰਦਾ ਰਾਤ ਭੁੜਕ ਕੇ ਉੱਠਦਾ ਹੈ ਜੀ, ਤੇ ਡਾਕਟਰਾਂ ਦੀਆਂ ਰਿਪੋਰਟਾਂ ਅਨੁਸਾਰ ਬੰਦਾ ਬਿਲਕੁਲ ਠੀਕ ਹੁੰਦਾ ਹੈ ਜੀ, ਤੇ ਬੰਦਾ ਨੋਰਮਲ ਨਹੀਂ ਹੁੰਦਾ ਜੀ। ਬੜੀਆਂ ਗੱਲਾਂ ਹੈਗੀਆਂ ਜਿਹੜਾ ਡਾਕਟਰਾਂ ਕੋਈ ਇਲਾਜ ਨਹੀਂ ਹੈਗੇ ਜੀ। ਤੇ ਫਿਰ ਬੰਦਾ ਸਿਆਣਿਆਂ ਕੋ ਜਾਂਦਾ, ਪਰ ਬਾਦਸ਼ਾਹ ਦੇ ਜਿਹੜੇ ਸਿਆਣੇ ਆ ਨਜੂਮੀ, ਉਹ ਕਹਿੰਦੇ ਤੂੰ ਵੈਦਾਂ ਕੋ ਜਾ। ਹਾਂਜੀ, ਪ੍ਰਥਮ ਅਹੈ ਚਾਕਰ ਅਸ ਜੇਤਿਕ, ਕਰੋ ਦਿਖਾਵਨ ਆਵਹਿ ਤੇਤਿਕ। ਕਹਿੰਦੇ ਬਾਦਸ਼ਾਹ ਪਹਿਲਾਂ ਜਿਹੜੇ ਤੁਹਾਡੇ ਰਾਜਸੀ ਹਕੀਮ ਨੇ ਨਾ, ਉਹਨਾਂ ਨੂੰ ਸੱਦੋ, ਉਹਨਾਂ ਨੂੰ ਦੱਸੋ ਤੁਹਾਨੂੰ ਕੀ ਕੀ ਦਿਸਦਾ ਹੈ। ਹਾਂਜੀ, ਸੁਨਤ ਸ਼ਾਹ ਨੇ ਆਸ਼ੀ ਮਾਨੇ, ਪਠ ਪਠ ਨਰ ਤਬੀਬ ਗਨ ਆਨੇ। ਸਭ ਕੋ ਕਰ ਨਾਰੀ ਦਿਖਰਾਵੈ, ਬਿਤੈ ਜਾਮਨੀ ਤਥਾ ਬਤਾਵੈ। ਹਕੀਮਾਂ ਦੀ ਲੈਣ ਲੱਗ ਗਈ ਜੀ। ਹਕੀਮਾਂ ਨੂੰ ਪਤਾ ਕੀ ਆਖਿਆ ਵੀ ਜੋ ਬਾਦਸ਼ਾਹ ਤੁਹਾਨੂੰ ਦੱਸੇਗਾ ਉਹ ਗੱਲ ਤੁਸੀਂ ਆਪਸ ਵਿੱਚ ਨਹੀਂ ਕਰਨੀ। ਹਕੀਮ ਕਹਿੰਦੇ ਠੀਕ ਹੈ। ਹਕੀਮ ਬਾਦਸ਼ਾਹ ਦੀ ਨਬਜ਼ ਫੜਦੇ ਆ, ਨਬਜ਼ ਠੀਕ ਹੈ ਜੀ। ਬਾਦਸ਼ਾਹ ਨੂੰ ਕਹਿੰਦੇ ਜੀ ਨਬਜ਼ ਤੁਹਾਡੀ ਠੀਕ ਹੈ। ਬਾਦਸ਼ਾਹ ਕਹਿੰਦਾ ਸਵਾਹ ਠੀਕ ਹੈ, ਮੈਨੂੰ ਤੇ ਰਾਤੀ ਸ਼ੇਰ ਆ ਕੇ ਘੇਰ ਲੈਂਦੇ ਆ। ਹਾਂਜੀ, ਸੁਨ ਤਬੀਬ ਕੁਛ ਰੋਗ ਨਾ ਦੇਖੈ, ਸ਼ੇਰਨ ਤੇ ਬਿਸਮਾਏ ਵਸ਼ੇਖੈ। ਉਹ ਵੈਦ ਕਹਿੰਦੇ ਵੀ ਹੁਣ ਅਸੀਂ ਕੀ ਕਰੀਏ ਜੇ ਤੁਹਾਨੂੰ ਸ਼ੇਰ ਦਿਸਦੇ ਆ, ਸਾਡੇ ਕੋਲ ਤੇ ਇਸ ਚੀਜ਼ ਦਾ ਇਲਾਜ ਹੀ ਨਹੀਂ ਹੈਗਾ। ਵੈਦ ਵੀ ਹੈਰਾਨ ਹੁੰਦੇ ਆ। ਨਹੀਂ ਅਕਲ ਮੈਂ ਕੁਛ ਬਨ ਆਵੈ, ਤਉ ਸ਼ਾਹ ਕੋ ਕਹਿ ਪਰਚਾਵੈ। ਆਖੋ ਵਾਹਿਗੁਰੂ। ਸਮਝ ਨਹੀਂ ਕੁਝ ਆਉਂਦਾ ਵੈਦਾਂ ਨੂੰ, ਉਹ ਜਾਣ ਕੇ ਹੀ ਕਹਿ ਦਿੰਦੇ ਵੈਦ ਜੀ ਤੁਸੀਂ ਰਾਤ ਤੇਲ ਪਾ ਕੇ ਸੋਇਓ, ਇਸ ਤਰ੍ਹਾਂ ਕਰਿਓ, ਉਸ ਤਰ੍ਹਾਂ ਕਰਿਓ, ਪਰ ਗੱਲ ਸਮਝ 'ਚ ਨਹੀਂ ਆਉਂਦੀ ਕੁਛ। ਹਾਂਜੀ, ਤਬ ਤਬੀਬ ਬਨ ਜੇਠਾ ਗਇਓ, ਹਾਂਜੀ, ਬਹੁ ਮੋਲੇ ਪਟ ਤਨ ਪਰ ਲਇਓ। ਆਖੋ ਵਾਹਿਗੁਰੂ। ਵਾਹਿਗੁਰੂ ਗੱਜ ਕੇ ਵਾਹਿਗੁਰੂ। ਤੇ ਫਿਰ ਹਕੀਮ ਬਣ ਕੇ ਕੌਣ ਗਿਆ ਜੀ? ਭਾਈ ਜੇਠਾ ਜੀ, ਜਿਹੜੇ ਆਪ ਹੀ ਸ਼ੇਰ ਬਣ ਕੇ ਰਾਤ ਆਉਂਦੇ ਸਨ ਜੀ, ਉਹੋ ਹੀ ਹਕੀਮ ਬਣ ਕੇ ਬਾਦਸ਼ਾਹ ਦੇ ਕੋਲ ਪਹੁੰਚ ਗਏ। ਹਾਂਜੀ, ਗਨ ਉਮਰਾਵ ਖਰੇ ਕਰ ਜੋਰੇ, ਗਨ ਸਿਆਣੇ ਬੈਠੇ ਇੱਕ ਓਰੇ। ਬੜੇ ਬੜੇ ਬਾਦਸ਼ਾਹ ਦੇ ਵਜ਼ੀਰ ਜਿਹੜੇ ਲਾਗੇ ਬੈਠੇ ਸਨ ਜੀ, ਸਿਆਣੇ ਨਜੂਮੀ ਬੈਠੇ ਸਨ। ਹਾਂਜੀ, ਕਿਨਹੂ ਕੀਨ ਨਾ ਖਾਤਰ ਜਮਾ। ਤੇ ਭਾਈ ਜੇਠਾ ਜੀ ਨੇ ਚੰਗਾ ਲਿਬਾਸ ਪਾਇਆ ਸੀ, ਪਰ ਉਹਨਾਂ ਪਛਾਣਿਆ ਨਹੀਂ ਵੀ ਕੌਣ ਹੈ। ਇਸ ਕਰਕੇ ਭਾਈ ਜੇਠਾ ਜੀ ਦਾ ਸਤਿਕਾਰ ਵੀ ਨਹੀਂ ਕੀਤਾ। ਹਾਂਜੀ, ਸ਼ਾਹ ਹਿਰਦੈ ਡਰ ਸੰਸੇ ਜਮਾ। ਪਰ ਬਾਦਸ਼ਾਹ ਬੜਾ ਡਰਿਆ ਪਿਆ ਜੀ। ਉਹਨੂੰ ਤਾਂ ਇਹ ਹੈ ਵੀ ਜੇ ਅੱਜ ਇਲਾਜ ਨਾ ਹੋਇਆ
ਤੇ ਰਾਤ ਸ਼ੇਰ ਨੇ ਫਿਰ ਆ ਜਾਣਾ ਹੈ, ਫਿਰ ਮੇਰੀ ਛਾਤੀ ਤੇ ਚੜ੍ਹਨਾ ਹੈ ਆ ਕੇ। ਹਾਂਜੀ। ਦੇਖ ਭਲੋ ਨਰ ਸਭ ਸਨਮਾਨਾ, ਹਾਂਜੀ। ਜੇਠਾ ਗਇਓ ਨਿਕਟ ਤਿਸਥਾਨਾ। ਸਾਧ ਸੰਗਤ ਜੀ, ਭਾਈ ਜੇਠਾ ਜੀ ਬਾਦਸ਼ਾਹ ਦੇ ਕੋਲ ਗਏ ਜੀ, ਵੈਦ ਬਣ ਕੇ। ਹਾਂਜੀ। ਸ਼ਾਹ ਬਾਹਾਂ ਆਗੇ ਕਰ ਦੀਨ, ਬਾਦਸ਼ਾਹ ਨੇ ਭਾਈ ਜੇਠੇ ਅੱਗੇ ਵੀ ਬਾਂਹ ਕਰ ਦਿੱਤੀ। ਹਾਂਜੀ। ਨਿਸਪਰ ਸੰਗ ਕਹਿ ਲੈ ਜਿਮ ਚੀਨ। ਗੱਜ ਕੇ ਆਖੋ ਵਾਹਿਗੁਰੂ। ਤੇ ਜੋ ਰਾਤ ਹੋਇਆ ਉਹ ਕਹਿਣਾ ਸ਼ੁਰੂ ਕਰਨ ਲੱਗੇ ਸੀਗੇ। ਹਾਂਜੀ। ਕਹਿਣ ਲੱਗਿਓ ਮੈਂ ਪਿੱਖੋਂ ਨਾ ਨਾਰੀ। ਤੇ ਭਾਈ ਜੇਠਾ ਜੀ ਕਹਿੰਦੇ ਬਾਦਸ਼ਾਹ, ਮੈਂ ਉਹ ਹਕੀਮ ਨਹੀਂ ਆ ਜਿਹੜਾ ਨਾੜੀ ਫੜ ਕੇ ਵੇਖੇ ਵੀ ਰੋਗ ਕਿਹੜਾ ਲੱਗਾ ਹੈ। ਹਾਂਜੀ। ਨਹਿ ਪ੍ਰਸੰਗ ਕੁਛ ਕਰੋ ਉਚਾਰੀ। ਤੇ ਨਾ ਮੈਨੂੰ ਬੋਲ ਕੇ ਹੀ ਦੱਸੋ, ਤੁਸੀਂ ਮੈਨੂੰ ਦੱਸਣ ਦੀ ਲੋੜ ਵੀ ਨਹੀਂ ਹੈਗੀ ਤੁਹਾਨੂੰ। ਕਿਆ ਤਬੀਬ ਜੋ ਨਾਰੀ ਦੇਖੇ। ਉਹ ਕਾਹਦਾ ਹਕੀਮ ਹੈ ਜਿਹੜਾ ਨਬਜ ਵੇਖ ਕੇ ਰੋਗ ਵੇਖੇ। ਹਾਂਜੀ। ਸੂਰਤ ਦੇਖ ਨਾ ਰੋਗ ਪਰੇਖੇ। ਹਕੀਮ ਤੇ ਉਹ ਹੁੰਦਾ ਸੂਰਤ ਵੇਖ ਕੇ ਹੀ ਰੋਗ ਸਮਝ ਜਾਵੇ। ਗੱਜ ਕੇ ਆਖੋ ਵਾਹਿਗੁਰੂ। ਹਕੀਮ ਤੇ ਉਹ ਹੁੰਦਾ। ਸਾਧ ਸੰਗਤ ਜੀ, ਪਹਿਲਾਂ ਹਕੀਮ ਐਸੇ ਹੋਏ ਵੀ ਨੇ, ਬੰਦੇ ਦਾ ਚਿਹਰਾ ਵੇਖ ਕੇ ਹੀ ਕਹਿ ਦਿੰਦੇ ਸੀਗੇ ਵੀ ਤੂੰ ਆਹ ਖਾਲਾ ਠੀਕ ਹੋ ਜਾਏਗਾ। ਐਡੇ ਐਕਸਪਰਟ ਹੁੰਦੇ ਸੀਗੇ। ਹੁਣ ਵਾਲੇ ਐਕਸਰੇ ਛੱਡੋ, MRIਆਂ ਕਰਾਉਂਦੇ ਆ ਤਾਂ ਵੀ ਇਲਾਜ ਸਹੀ ਨਹੀਂ ਹੁੰਦੇ ਉਹਨਾਂ ਕੋਲੋਂ ਜੀ। ਬਹੁਤ ਸਿਆਣਾ ਮੰਨਦੇ ਜਿਹੜਾ ਆਹ ਨਬਜ ਫੜ ਕੇ ਰੋਗ ਦੱਸਦੇ ਵੀ ਤੈਨੂੰ ਆਹ ਰੋਗ ਹੈ। ਤੇ ਉਹਦੇ ਤੋਂ ਵੀ ਸਿਆਣਾ ਹਕੀਮ ਹੁੰਦਾ ਸੀ ਜਿਹੜਾ ਨਬਜ ਵੀ ਨਾ ਫੜੇ, ਚਿਹਰਾ ਵੇਖ ਕੇ ਹੀ ਦੱਸਦੇ ਵੀ ਤੈਨੂੰ ਆਹ ਰੋਗ ਹੈ। ਭਾਈ ਜੇਠਾ ਜੀ ਕਹਿੰਦੇ ਮੈਂ ਤੇ ਚਿਹਰਾ ਵੇਖ ਕੇ ਹੀ ਦੱਸ ਦਿਆਂ ਤੈਨੂੰ ਕਿਹੜਾ ਰੋਗ ਹੈ ਬਾਦਸ਼ਾਹ। ਹਾਂਜੀ। ਮਮ ਉਸਤਾਦ ਅਹਿ ਨਹਿ ਕਾਚੋ। ਕਿਉਂ? ਮੇਰਾ ਉਸਤਾਦ ਕੱਚਾ ਨਹੀਂ ਹੈਗਾ। ਹਾਂਜੀ। ਗੁਣ ਪੂਰਨ ਬਚ ਸਾਚ ਉਬਾਚੋ। ਮੇਰਾ ਉਸਤਾਦ ਪੱਕਾ ਹੈ, ਪੂਰਨ ਹੈ, ਮੈਨੂੰ ਬੜੀ ਵਿਦਿਆ ਦਿੱਤੀ ਹੈ। ਗੱਜ ਕੇ ਆਖੋ। ਸ਼ੇਰ ਵੀ ਆਪ ਹੀ ਬਣੇ ਸੀਗੇ ਤੇ ਹਕੀਮ ਵੀ ਆਪ ਹੀ ਬਣ ਗਏ ਜੀ। ਤੇ ਝੂਠ ਵੀ ਨਹੀਂ ਬੋਲਿਆ। ਭਾਈ ਜੇਠੇ ਦਾ ਉਸਤਾਦ ਪੂਰਾ ਹੈ, ਪੂਰਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਜਾਨ ਲੀਨ ਮੈਂ ਰੋਗ ਤੁਮਾਰੋ, ਹਾਂਜੀ। ਸੁਨੋ ਇਕੰਤ ਹੋਏ ਨਿਰਧਾਰੋ। ਕਹਿੰਦਾ ਬਾਦਸ਼ਾਹ, ਮੈਂ ਤੁਹਾਡਾ ਰੋਗ ਵੇਖ ਲਿਆ, ਸਮਝ ਲਿਆ, ਤੁਹਾਡਾ ਚਿਹਰਾ ਵੇਖ ਲਿਆ ਨਾ, ਪਰ ਦੱਸਾਂਗਾ ਉਦੋਂ ਜਦੋਂ ਕੱਲੇ ਬਿਠੋਗੇ। ਹਾਂਜੀ। ਨਹਿ ਗਨ ਮੈਂ ਕਹਿਓ ਬਿਰਤਾਂਤ। ਇਹਨਾਂ ਦੇ ਵਿੱਚ ਨਹੀਂ ਬੈਠ ਕੇ ਮੈਂ ਤੁਹਾਨੂੰ ਦੱਸਣਾ ਕੁਝ। ਹਾਂਜੀ। ਨਿਹਫਲ ਮੰਤਰ ਜੇ ਹੋਏ ਬਖਿਆਤ। ਜੇ ਮੈਂ ਇਹਨਾਂ ਵਿੱਚ ਦੱਸ ਦਿੱਤਾ ਨਾ ਤੇ ਦੱਸਿਆ ਹੋਇਆ ਅਸਰ ਨਹੀਂ ਕਰੇਗਾ। ਗੱਲ ਹੀ ਉਹੋ ਜੀ ਕੀਤੀ ਵੀ ਬਾਦਸ਼ਾਹ ਨੂੰ ਵੱਖਰੇ ਹੋਣਾ ਪਵੇ। ਹਾਂਜੀ। ਜਹਾਂਗੀਰ ਸੁਨ ਭਇਓ ਇਕਾਂਕੀ। ਹਾਂਜੀ। ਜੇਠਾ ਗਇਓ ਨਿਕਟ ਤਬ ਤਾਂਕੀ। ਜਹਾਂਗੀਰ ਕੱਲਾ ਹੋ ਗਿਆ। ਭਾਈ ਜੇਠਾ ਜੀ ਉਹਦੇ ਲਾਗੇ ਚਲੇ ਗਏ ਜੀ। ਹਾਂਜੀ। ਬੈਠ ਕਹਿਓ ਤੁਝ ਸਪਤ ਖੁਦਾਏ, ਕਹੋ ਕਿ ਸਾਚੀ ਦੇਹੋ ਬਤਾਏ। ਗੱਜ ਕੇ ਆਖੋ। ਤੇ ਭਾਈ ਜੇਠਾ ਜੀ ਨੇ ਨਾ ਗੱਲ ਹੀ ਉੱਥੋਂ ਸ਼ੁਰੂ ਕੀਤੀ। ਕਹਿੰਦੇ ਬਾਦਸ਼ਾਹ ਤੈਨੂੰ ਖੁਦਾ ਦੀ ਕਸਮ ਹੀ, ਕਹਿੰਦੇ ਜੋ ਮੈਂ ਪੁੱਛਾਂ ਸੱਚ ਦੱਸਣਾ ਹੀ, ਝੂਠ ਨਹੀਂ ਉਹ ਦੱਸਣਾ। ਹਾਂਜੀ। ਤੋ ਕਹੋ ਰੋਗ ਨਾ ਉਪਜਿਓ ਕੋਈ। ਸੱਚ ਤੇ ਹੈਗਾ ਵੀ ਤੈਨੂੰ ਰੋਗ ਨਹੀਂ ਕੋਈ ਲੱਗਾ। ਇਹ ਗੱਲ ਸੁਣ ਕੇ ਸਾਰੇ ਬੰਦੇ ਖੁਸ਼ ਹੁੰਦੇ। ਹਾਂਜੀ। ਨਿਸਮਹਿ ਤਰਾਸ ਕਿਸੂ ਤੇ ਹੋਈ। ਤੁਸੀਂ ਤਾਂ ਨਹੀਂ ਮੈਨੂੰ ਦੱਸਿਆ, ਪਰ ਮੈਂ ਤੁਹਾਡਾ ਅੰਦਾਜ਼ਾ ਲਾ ਲਿਆ। ਤੁਹਾਨੂੰ ਰਾਤ ਨੂੰ ਆ ਕੇ ਡਰਾਉਂਦਾ ਕੋਈ ਕਹਿਣ ਲੱਗੇ। ਹਾਂਜੀ। ਹੌਲ ਰਹਿਓ ਦਿਲ ਟਿਕੈ ਨਾ ਕੈਸੀ। ਜਦੋਂ ਉਹ ਆ ਜਾਂਦਾ ਫਿਰ ਤੁਹਾਨੂੰ ਹੌਲ ਪੈਂਦੇ ਆ, ਤੁਸੀਂ ਟਿਕਦੇ ਨਹੀਂ ਜੇ। ਦੀਪ ਸਿਖਾ ਬਹਿ ਬਾਯੂ ਜੈਸੀ। ਜਿਵੇਂ ਫਿਰ ਕਹਿੰਦੇ ਦੀਵੇ ਦੀ ਲਾਟ ਹਿਲਦੀ ਨਾ ਹਵਾ ਨਾਲ, ਉਵੇਂ ਤੁਹਾਡਾ ਦਿਲ ਹਿਲਦਾ। ਹਾਂਜੀ। ਮਾਨ ਸ਼ਾਹ ਕਹਿ ਸਾਚ ਸੁਨਾਈ। ਹਾਂਜੀ। ਮਮ ਪੀਰਾ ਤੈ ਨਿਸ਼ਚੈ ਪਾਈ। ਗੱਜ ਕੇ ਆਖੋ। ਉਹ ਬਾਦਸ਼ਾਹ ਕਹਿੰਦਾ ਤੂੰ ਸੱਚ ਬੋਲ ਰਿਹਾ, ਕਹਿੰਦਾ ਮੇਰੀ ਗੱਲ ਤੂੰ ਸਮਝ ਲਈ ਹੈ। ਹੁਣ ਉਹਨੂੰ ਇਹ ਨਹੀਂ ਨਾ ਪਤਾ
ਵੀ ਜਿਹੜੇ ਸ਼ੇਰ ਆ ਕੋਈ ਹੋਰ ਨਹੀਂ, ਇਹੋ ਹੀ ਹੈਗੇ ਆ, ਇਹੋ ਹੀ ਡਰਾਉਂਦੇ ਆ। ਹਾਂਜੀ। ਸੁਨ ਹਜ਼ਰਤ ਆਵਤ ਜੁਗ ਸ਼ੇਰ, ਹਾਂ। ਦੋਹ ਦਿਸ਼ ਤੇ ਕਰ ਕੋਪ ਕਨੇਰ। ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਤੂੰ ਸੱਚ ਦੱਸਿਆ, ਥੋੜਾ ਜਿਹਾ ਤੂੰ ਸੱਚ ਦੱਸਿਆ, ਮੈਨੂੰ ਰਾਤ ਡਰਾਉਂਦਾ ਕੋਈ। ਕਹਿੰਦਾ ਅੱਗੋਂ ਭਾਈ ਜੇਠਾ ਜੀ ਕਹਿੰਦੇ ਤੈਨੂੰ ਦੱਸਾਂ ਕੌਣ ਡਰਾਉਂਦਾ ਹੈ? ਕਹਿੰਦਾ ਕੌਣ ਡਰਾਉਂਦਾ ਹੈ? ਕਹਿੰਦਾ 2 ਸ਼ੇਰ ਆਉਂਦੇ ਨੇ। ਉਹ ਕਹਿੰਦਾ ਹਾਂ, ਤੂੰ ਤੇ ਬੁੱਝ ਲਈ ਗੱਲ ਸਾਰੀ, ਤੈਨੂੰ ਤੇ ਬਿਨਾਂ ਦੱਸਣ ਤੋਂ ਪਤਾ ਲੱਗ ਗਿਆ। ਹਾਂਜੀ। ਗੁਰੂ ਹਾਥ ਦਾ ਤੋਹੇ ਬਚਾਵੇ। ਤੇ ਕਹਿੰਦਾ ਹੋਰ ਸੁਣ ਲੈ, ਉਹਨਾਂ ਸ਼ੇਰਾਂ ਤੋਂ ਤੈਨੂੰ ਗੁਰੂ ਜੀ ਬਚਾਉਂਦੇ ਆ ਨਾ? ਉਹ ਕਹਿੰਦਾ ਹਾਂ। ਹਾਂਜੀ। ਨਾਹੀਂ ਤਾਂ ਦੋਨੋਂ ਤੁਮ ਕੋ ਖਾਵੇ। ਰਾਤ ਉਹ ਸ਼ੇਰ ਕਹਿ ਕੇ ਗਏ ਸੀ ਨਾ ਤੈਨੂੰ ਖਾ ਲੈਣਾ? ਕਹਿੰਦਾ ਹਾਂ। ਆਖੋ ਵਾਹਿਗੁਰੂ। ਬਸ ਜੀ, ਉਹ ਤੁਹਾਨੂੰ ਪਤਾ ਜਦੋਂ ਇਹੋ ਜਿਹੀ ਗੱਲ ਹੋਵੇ ਫਿਰ ਬੰਦਾ ਛੇਤੀ ਫਸ ਜਾਂਦਾ ਹੈ। ਹਾਂਜੀ। ਹਟਤ ਕਹੈ ਗੁਰ ਮਹਿਮਾ ਜਾਨ। ਹਾਂਜੀ। ਨਹੀਂ ਵਿਸਾਰਨ ਉਰਤੇ ਠਾਨ। ਤੇ ਬਾਦਸ਼ਾਹ ਤੈਨੂੰ ਜਾਂਦਿਆਂ ਜਾਂਦਿਆਂ ਉਹ ਕਹਿ ਕੇ ਜਾਂਦੇ ਆ ਨਾ ਵੀ ਤੂੰ ਗੁਰੂ ਦੀ ਮਹਿਮਾ ਨੂੰ ਭੁੱਲ ਗਿਆ? ਕਹਿੰਦਾ ਹਾਂ, ਇਹੋ ਹੀ ਹੈ ਸਾਰਾ ਕੁਛ। ਹਾਂਜੀ। ਡਰ ਹਰਬੇ ਹਿਤ ਜਤਨ ਬਤਾਵੇਂ, ਸੋ ਕਿਉਂ ਕਰ ਤੁਮ ਹਿਰਦੈ ਨਾ ਲਿਆਵੇਂ। ਤੇ ਬਾਦਸ਼ਾਹ ਕਹਿੰਦਾ ਹੁਣ ਇਲਾਜ ਵੀ ਦੱਸ ਦੇ। ਤੇ ਭਾਈ ਜੇਠਾ ਜੀ ਕਹਿੰਦੇ ਬਾਦਸ਼ਾਹ ਇਲਾਜ ਤੇ ਤੁਹਾਨੂੰ ਸ਼ੇਰ ਹੀ ਦੱਸ ਗਏ ਨੇ। ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਸ਼ੇਰ ਕਿਹੜਾ ਇਲਾਜ ਦੱਸ ਗਏ ਆ? ਉਹ ਕਹਿੰਦੇ ਤੈਨੂੰ ਸ਼ੇਰ ਦੱਸ ਗਏ ਆ ਇਲਾਜ। ਡਰ ਤੇਰਾ ਤਾਂ ਦੂਰ ਹੋਣਾ ਹੀ ਜੇ ਤੂੰ ਗੁਰੂ ਜੀ ਨੂੰ ਪੱਕਾ ਹੀ ਆਪਣੇ ਕੋਲ ਸੱਦ ਲਵੇਂ। ਹਾਂਜੀ। ਜੇ ਨਹਿ ਸਮਝਿਓ ਮੈਂ ਸਮਝਾਊਂ। ਜੇ ਨਹੀਂ ਸਮਝਿਆ ਮੈਂ ਤੈਨੂੰ ਦੁਬਾਰਾ ਸਮਝਾ ਦੇਣਾ। ਰੋਗ ਤਰਾਸ ਸਭ ਦੂਰ ਮਿਟਾਊਂ। ਰੋਗ ਡਰ ਜਿਹੜਾ ਹੈ ਇਹ ਸਭ ਦੂਰ ਹੋ ਜਾਏਗਾ। ਸਾਧ ਸੰਗਤ ਜੀ, ਡਰ ਵੀ ਇੱਕ ਬੜਾ ਵੱਡਾ ਰੋਗ ਹੈ। ਗੱਜ ਕੇ ਆਖੋ ਵਾਹਿਗੁਰੂ। ਉਹ ਪੁਰਾਣੀਆਂ ਕਹਾਵਤਾਂ, ਜੋ ਡਰ ਗਿਆ ਸੋ ਮਰ ਗਿਆ, ਜੋ ਡਰ ਗਿਆ ਸੋ ਮਰ ਗਿਆ। ਮੰਨ ਲਓ ਕਿਸੇ ਨੂੰ ਕੋਈ ਬਿਮਾਰੀ ਹੋਈ ਹੈ, ਡਰ ਦੇ ਨਾਲ ਉਹਨੇ ਚਿੰਤਾ ਲਾ ਲਈ ਜੀ, ਸ਼ੂਗਰ ਹੀ ਹੋ ਗਈ ਹੈ, ਡਰ ਦੇ ਨਾਲ ਉਹਨੇ ਚਿੰਤਾ ਲਾ ਲਈ ਜੀ, ਮੈਨੂੰ ਸ਼ੂਗਰ ਹੈ, ਮੈਨੂੰ ਸ਼ੂਗਰ, ਸੋਚੀ ਜਾਂਦਾ, ਡਰੀ ਜਾਂਦਾ। ਰੱਖੇ ਪਰਹੇਜ ਪਰ ਚਿੰਤਾ ਲਾ ਲਈ ਜੀ, ਛੇਤੀ ਮਰੇਗਾ ਜੀ, ਛੇਤੀ ਮਰ ਜਾਏਗਾ ਜੀ। ਡਰ ਜਿਹੜਾ ਹੈ ਉਹ ਛੇਤੀ ਬੰਦੇ ਨੂੰ ਮਾਰਦਾ ਹੈ, ਬਹੁਤ ਛੇਤੀ। ਡਰ ਹੈ ਨਾ ਜਿਹੜਾ ਡਰ, ਇਹ ਸਾਰੀਆਂ ਬਿਮਾਰੀਆਂ ਦਾ ਪਿਓ ਹੈ, ਸਾਰੀਆਂ ਬਿਮਾਰੀਆਂ ਦਾ ਪਿਤਾ ਹੈ। ਮੈਨੂੰ ਸਿੰਘ ਇੱਕ ਦਿਨ ਕਹਿੰਦੇ ਜੀ ਤੁਹਾਨੂੰ ਹੌਰਰ ਮੂਵੀ ਵਿਖਾਉਣੀ ਹੈ, ਡਰਾਵਣੀ ਭੂਤਾਂ ਵਾਲੀ। ਤੇ ਉਹਦੇ 'ਚ ਜਿਹੜਾ ਭੂਤ ਹੈ ਨਾ, ਭੂਤ, ਉਹ ਕਹਿੰਦਾ ਉਹਨੇ ਸਾਰੇ ਮਾਰਤੇ, 2 ਬੱਚੇ ਨਹੀਂ ਮਰੇ। ਹੁਣ ਇਹ ਨਾ ਕਿ ਉਹ ਵੀ ਕਥਾ 'ਚ ਕੀ ਸੁਣਾਉਣ ਲੱਗ ਪਿਆ। ਕਈਆਂ ਨੇ ਕਹਿਣਾ ਤੱਤ ਨੂੰ ਸਮਝਿਓ, 2 ਨਹੀਂ ਮਰੇ ਉਹਦੇ ਕੋਲੋਂ, ਉਹ ਮਰ ਗਿਆ ਭੂਤ। ਮਰਦਾ ਮਰਦਾ ਉਹਨਾਂ ਬੱਚਿਆਂ ਨੂੰ ਕਹਿਣ ਲੱਗਾ ਤੁਸੀਂ ਡਰੇ ਨਹੀਂ ਤਾਂ ਤੁਸੀਂ ਜਿੱਤ ਗਏ ਹੋ। ਗੱਜ ਕੇ ਆਖੋ ਤੁਸੀਂ ਡਰੇ ਨਹੀਂ ਤਾਂ ਤੁਸੀਂ ਜਿੱਤ ਗਏ ਹੋ। ਤੁਹਾਡਾ ਡਰ ਮੇਰੀ ਸ਼ਕਤੀ ਵਧਾਉਂਦਾ ਹੈ, ਕਹਿਣ ਲੱਗਾ ਤੁਹਾਡਾ ਡਰ ਹੀ ਮੇਰੀ ਸ਼ਕਤੀ ਵਧਾਉਂਦਾ ਹੈ। ਰੋਗ ਦਾ ਜਿਹੜਾ ਡਰ ਹੈ ਨਾ, ਉਹ ਰੋਗ ਨੂੰ ਵਧਾਉਂਦਾ ਹੈ। ਕੀ ਹੈ, ਹੁਣੇ ਤੁਸੀਂ ਸੋਚ ਲਓ ਵੀ ਤੁਹਾਨੂੰ ਬੁਖਾਰ ਚੜ੍ਹਿਆ, ਚੜ੍ਹ ਜਾਏਗਾ, ਸੋਚ ਲਿਆ ਨਾ ਜੀ, ਤਨ ਮਨ ਉਹੋ ਜਿਹਾ ਹੋ ਗਿਆ, ਚੜ੍ਹ ਜਾਣਾ ਜੀ। ਮਨ ਨੇ ਕਬੂਲ ਲਿਆ, ਤਨ ਹੌਲੀ ਹੌਲੀ ਉਹੋ ਜਿਹਾ ਬਣ ਜਾਏਗਾ, ਬੋਡੀ ਹੌਲੀ ਹੌਲੀ ਉਹੋ ਜਿਹੀ ਬਣ ਜਾਏਗੀ। ਇਸ ਕਰਕੇ ਉਹ ਕਹਿੰਦੇ ਆ ਜਹਾਂਗੀਰ ਨੂੰ, ਭਾਈ ਜੇਠਾ ਜੀ ਕਹਿੰਦੇ ਤੇਰਾ ਡਰ ਵੀ ਦੂਰ ਹੋ ਜਾਏਗਾ, ਤੇਰੇ ਰੋਗ ਵੀ ਦੂਰ ਹੋ ਜਾਣਗੇ ਸਾਰੇ।
ਹਾਂਜੀ। ਇਮ ਜੇਠੇ ਜਬ ਪਤੇ ਲਗਾਏ। ਇਸ ਤਰੀਕੇ ਨਾਲ ਜੇਠਾ ਜੀ ਨੇ ਜਦੋਂ ਪਤੇ ਲਾ ਲਾ ਕੇ ਸਾਰੇ ਦੱਸੇ, ਹਜ਼ਰਤ ਕਹਿਓ ਠੀਕ ਤੈਂ ਗਾਏ। ਉਹ ਬਾਦਸ਼ਾਹ ਕਹਿੰਦਾ ਵੀ ਤੂੰ ਤੇ ਅੰਤਰਜਾਮੀ ਹੈ, ਤੂੰ ਠੀਕ ਦੱਸਿਆ ਸਾਰੀ ਗੱਲ। ਹਾਂਜੀ। ਅਬ ਜਿਮ ਹਟ ਹੈ ਬਤਾਵਨ ਕੀਜੈ। ਹੁਣ ਦੱਸ ਮੇ ਰੋਗ ਕਿਵੇਂ ਹਟਣਾ, ਸ਼ੇਰ ਕਿਵੇਂ ਰਾਤ ਨੂੰ ਨਾ ਆਉਣਾ। ਹਾਂਜੀ। ਤਵ ਪੂਰਨ ਉਸਤਾਦ ਲਖੀਜੈ। ਤੇ ਨਾਲ ਹੀ ਭਾਈ ਜੇਠੇ ਨੂੰ ਬਾਦਸ਼ਾਹ ਕਹਿੰਦਾ ਤੇਰਾ ਉਸਤਾਦ ਪੂਰਾ ਹੈ ਕੋਈ, ਤੂੰ ਕਹੇ ਪੂਰੇ ਦਾ ਚੰਡਿਆ ਹੋਇਆ ਹੈ। ਹਾਂਜੀ। ਕਿਮ ਕੇਹਰ ਕਹਿ ਬੂਝ ਬੁਝਾਵੈ। ਦੇਹੋ ਸਮਝਾਏ ਨਾ ਮਮ ਮਨ ਆਵੈ। ਉਹ ਸ਼ੇਰ ਮੈਨੂੰ ਕੀ ਸਮਝਾ ਕੇ ਜਾਂਦੇ ਆ, ਦੱਸ ਫਿਰ ਸ਼ੇਰਾਂ ਦੀ ਗੱਲ ਦਾ ਭਾਵ ਮੈਨੂੰ ਦੱਸ। ਹਾਂਜੀ। ਆਪਣੇ ਮਹਿ ਸ਼ਰਧਾ ਦਿੜ ਜਾਨੀ। ਭਾਈ ਜੇਠਾ ਜੀ ਨੇ ਵੇਖਿਆ ਵੀ ਬਾਦਸ਼ਾਹ ਹੁਣ ਮੇਰੇ ਤੇ ਸ਼ਰਧਾ ਕਰਨ ਲੱਗ ਪਿਆ। ਤਬ ਜੇਠੇ ਮੁਖ ਗਿਰਾ ਬਖਾਨੀ। ਫਿਰ ਭਾਈ ਜੇਠਾ ਜੀ ਕਹਿਣ ਲੱਗੇ, ਕੱਲੇ ਹੀ ਬੈਠੇ ਆ, ਬਾਦਸ਼ਾਹ ਨੂੰ ਕੱਲਿਆਂ ਕਰ ਲਿਆ। ਹਾਂਜੀ। ਗੁਰ ਪਠ ਦੁਰਗ ਨਾ ਕੀਨ ਸੰਭਾਰੀ। ਕਹਿੰਦਾ ਫਿਰ ਸੁਣ, ਭਾਈ ਜੇਠਾ ਜੀ ਕਹਿੰਦੇ ਵਾਹਿਗੁਰੂ ਸੁਣ, ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜ ਕੇ ਪਿੱਛੋਂ ਸਾਰ ਵੀ ਨਹੀਂ ਲਈ, ਖਬਰ ਵੀ ਨਹੀਂ ਲਈ। ਹਾਂ। ਅਵਧ ਬਦੀ ਤਬ ਸਭ ਦਿਨ 40 ਦਿਨ ਤਾਂ ਕਿਹਾ ਸੀ, ਪਰ 40 ਦਿਨਾਂ ਤੋਂ ਸਮਾਂ ਉੱਤੇ ਹੋ ਗਿਆ। ਸੋ ਬੀਤਤ ਉਪਰ ਦਿਨ ਗਏ। ਨਿਕਟ ਗੁਰੂ ਨਾ ਬੁਲਾਵਤ ਭਏ। ਬਾਦਸ਼ਾਹ ਤੁਹਾਨੂੰ ਚਾਹੀਦਾ ਸੀ 40 ਦਿਨ ਪੂਰੇ ਹੋਣ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਾਸ ਸੱਦ ਦੇ, ਤੁਸੀਂ ਤਾਂ ਸੱਦਿਆ ਹੀ ਨਹੀਂ ਮਹਾਰਾਜ ਨੂੰ। ਹਾਂਜੀ। ਗੁਰ ਸੰਗ ਝੂਠ ਬੋਲ ਬੋਠਾਨਾ। ਤੁਸੀਂ ਗੁਰੂ ਜੀ ਨਾਲ ਝੂਠ ਬੋਲਿਆ। ਹਾਂਜੀ। ਤੇ ਫਲ ਹੋਇਓ ਤਰਾਸ ਮਹਾਨਾ। ਇਹ ਉਹਦਾ ਹੀ ਫਲ ਮਿਲ ਰਿਹਾ ਹੈ। ਹਾਂਜੀ। ਜੇਕਰ ਆਜ ਨਾ ਮਨੁਜ ਪਠਾਵੈ। ਟਰੈ ਨਾ ਕੇਹਰ ਆਵਤ ਘਾਵੈ। ਕਹਿੰਦਾ ਹੁਣ ਸੁਣ ਲਓ ਉਪਾ, ਅੱਜ ਹੀ ਇੱਕ ਆਪਣਾ ਭੇਜੋ ਖਾਸ ਬੰਦਾ ਜਿਹੜਾ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਲੈ ਕੇ ਆਵੇ। ਜੇ ਨਾ ਭੇਜਿਆ ਤੇ ਸ਼ੇਰਾਂ ਨੇ ਰਾਤ ਆਉਣਾ ਜੇ ਤੇ ਅੱਜ ਖਾ ਹੀ ਜਾਣਾ ਜੇ। ਗੱਜ ਕੇ ਆਖੋ ਅੱਜ ਖਾ ਹੀ ਜਾਣਾ ਜੇ। ਤੇ ਸ਼ੇਰ ਤੇ ਆਪ ਵੀ ਨੇ ਜੀ ਗਏ, ਕਹਿੰਦੇ ਅੱਜ ਫਿਰ ਖਾ ਜਾਣਾ ਜੇ ਉਹਨਾਂ ਨੇ ਤੁਹਾਨੂੰ। ਹਾਂਜੀ। ਸਮਾਂ ਬਿਤੇ ਕੁਛ ਹੋਵੇ ਨਾ ਉਪਾਈ। ਸਮਾਂ ਫਿਰ ਲੰਘ ਗਿਆ ਤੇ ਜਦੋਂ ਸ਼ੇਰ ਖਾ ਹੀ ਗਏ ਫਿਰ ਕੀ ਉਪਾਅ ਕਰੋਗੇ। ਗੁਰ ਦਿਸ਼ ਨਮੋ ਕਰੋ ਸਿਰ ਨਿਆਈ। ਇੱਥੋਂ ਹੀ ਗਵਾਲੀਅਰ ਵੱਲ ਵੇਖੋ ਤੇ ਗਵਾਲੀਅਰ ਵੱਲ ਵੇਖ ਕੇ ਇੱਥੋਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕ ਦਿਓ। ਆਪਾਂ ਵੀ ਟੇਕ ਦਈਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ। ਕਰ ਜੋਰੋ ਅਰ ਬਾਕ ਉਚਾਰੋ। ਹੱਥ ਜੋੜੋ ਤੇ ਨਾਲੇ ਇਹ ਬਚਨ ਕਰੋ। ਨਿਮਹੋ ਪ੍ਰਭੂ ਨਿਜ ਬਿਰਦ ਸੰਭਾਰੋ। ਖਿਮਹੋ ਪ੍ਰਭੂ ਨਿਜ ਬਿਰਦ ਸੰਭਾਰੋ। ਛੇਵੇਂ ਪਾਤਸ਼ਾਹ ਕੋਲੋਂ ਮਾਫੀ ਮੰਗੋ, ਉਹਨਾਂ ਨੂੰ ਆਖੋ ਮੈਨੂੰ ਮਾਫ ਕਰ ਦਿਓ। ਹਾਂਜੀ। ਪਠੋ ਮਨੁਜ ਅਬ ਨਿਕਟ ਹਕਾਰੋ। ਦਰਸ਼ਨ ਕਰੋ ਸੀਸ ਪਗ ਧਾਰੋ। ਨਾਲੇ ਮਹਾਰਾਜ ਨੂੰ ਕਹੋ ਵੀ ਮੈਂ ਹੁਣੇ ਹੀ ਇੱਕ ਬੰਦਾ ਭੇਜ ਰਿਹਾ, ਤੁਹਾਡੇ ਦਰਸ਼ਨ ਕਰਾਂਗਾ, ਤੁਹਾਨੂੰ ਮੱਥਾ ਟੇਕਾਂਗਾ। ਉੱਠ ਕਰ ਅਭੈ ਨਾ ਬੁਝੋ ਕੋਈ। ਕਰੋ ਅਰਜ਼ ਕਬ ਤਰਾਸ ਨਾ ਹੋਈ। ਤੇ ਭਾਈ ਜੇਠਾ ਜੀ ਕਹਿੰਦੇ ਸੁਣੋ, ਆਪਣੇ ਨਾਲ ਦਿਆਂ ਨਾਲ ਸਲਾਹ ਨਾ ਕਰਿਓ ਕਿਤੇ, ਜੇ ਸਲਾਹ ਕੀਤੀ ਤੇ ਸ਼ੇਰਾਂ ਨੇ ਫੇਰ ਆ ਜਾਣਾ ਜੇ। ਕਿਉਂ? ਨਾਲ ਦੇ ਚਾਹੁੰਦੇ ਨਹੀਂ ਵੀ ਮਹਾਰਾਜ ਕਿਲੇ ਚੋਂ ਬਾਹਰ ਆਉਣ ਜੀ। ਇਸ ਕਰਕੇ ਕਿਸੇ ਨਾਲ ਸਲਾਹ ਨਾ ਕਰੋ, ਜੋ ਕਿਹਾ ਉਹ ਕਰੋ ਜੇ ਬਚਣਾ ਹੈ। ਸੁਨ ਹਜ਼ਰਤ ਔਰ ਲਾਗੀ ਆਛੇ। ਹੁਣ ਬਾਦਸ਼ਾਹ ਨੂੰ ਭਰੋਸਾ ਹੋ ਗਿਆ ਸੀ, ਉਹਦੇ ਮਨ ਨੂੰ ਗੱਲ ਚੰਗੀ ਲੱਗੀ ਜੀ। ਸਾਚ ਜਾਨ ਗੁਰ ਮਿਲਨੋ ਬਾਂਛੇ। ਉਹਨੇ ਵਿਚਾਰ ਕੀਤੀ ਵੀ ਮੈਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮਿਲਣਾ ਚਾਹੀਦਾ ਹੈ। ਬੰਦਨ ਜੇਠੀ ਕੀ ਦਿਸ਼ਕੀਨ। ਦੇਹੋ ਬਹੁਤ ਦਰਬ ਆਇਸ ਦੀਨ। ਰੱਜ ਕੇ ਆਖੋ। ਉਸੇ ਤਰ੍ਹਾਂ ਹੀ ਮਹਾਰਾਜ ਨੂੰ ਉਸ ਦਿਸ਼ਾ ਵੱਲ ਵੇਖ ਕੇ ਮੱਥਾ ਟੇਕਿਆ, ਬੇਨਤੀ ਕੀਤੀ ਤੇ ਭਾਈ ਜੇਠਾ ਜੀ ਨੂੰ ਵੀ ਮੱਥਾ ਟੇਕਿਆ। ਤੇ ਫਿਰ ਪਤਾ ਕੀ ਕੀਤਾ ਜੀ, ਪੈਸਿਆਂ ਦਾ ਮੋਹਰਾਂ ਦਾ ਥਾਲ ਭਰਿਆ
ਤੇ ਭਾਈ ਜੇਠੇ ਜੀ ਨੂੰ ਦੇਣ ਲੱਗੇ ਜੀ। ਤੇ ਕਹਿ- ਭਾਈ ਜੇਠਾ ਜੀ ਅੱਗੋਂ ਕਹਿਣ ਲੱਗੇ, ਕਹਿ ਜੇਠਾ ਮੈਂ ਲੇਤ ਨਾ ਧਨ ਕੋ। ਭਾਈ ਜੇਠਾ ਜੀ ਕਹਿੰਦੇ ਨਾ 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 ਨਾ, ਪੈਸੇ ਨਹੀਂ ਮੈਂ ਲੈਂਦਾ, ਮਾਇਆ ਨਹੀਂ ਮੈਂ ਲੈਂਦਾ। ਹਾਂਜੀ, ਜਬ ਲਗ ਹੋਤ ਆਨੰਦ ਨਾ ਮਨ ਕੋ। ਜਿੰਨਾ ਚਿਰ ਤੱਕ ਮੇਰੇ ਮਨ ਨੂੰ ਖੁਸ਼ੀ ਨਹੀਂ ਨਾ ਹੁੰਦੀ ਉਹਨਾਂ ਚਿਰ ਤੱਕ ਮੈਂ ਮਾਇਆ ਨਹੀਂ ਲੈਣੀ। ਹਾਂਜੀ, ਪੁਨ ਹਮ ਆਵੇਂ ਗੁਰ ਜਬ ਦੇਖੈ। ਫੇਰ ਆਵਾਂਗੇ ਤੁਹਾਡੇ ਕੋਲ, ਕਹਿੰਦੇ ਜਦੋਂ ਤੁਸੀਂ ਸੱਦੋਗੇ ਨਾ ਮਹਾਰਾਜ ਨੂੰ, ਫਿਰ ਆ ਜਾਵਾਂਗੇ ਤੁਹਾਡੇ ਕੋਲ। ਸੁਖ ਕੋ ਪਾਵਤ ਹਮ ਹੋ ਪਰੇਖੈ। ਵੇਖਾਂਗੇ ਜੇ ਸਾਨੂੰ ਸੁੱਖ ਪ੍ਰਾਪਤ ਹੋਇਆ ਫਿਰ ਮਾਇਆ ਵੀ ਲੈ ਲਾਂਗੇ। ਉਹ ਬਾਦਸ਼ਾਹ ਹੋਰ ਇੰਪ੍ਰੈਸ ਹੋ ਗਿਆ। ਉਹ ਕਹਿੰਦਾ ਕਿੱਡੀ ਚੰਗੀ ਗੱਲ ਹੈ, ਸਾਰਾ ਰੋਗ ਦਾ ਜੜ ਵੀ ਦੱਸੀ, ਇਲਾਜ ਵੀ ਦੱਸਦਾ ਤੇ ਮਾਇਆ ਵੀ ਕੋਈ ਨਹੀਂ ਲਈ। ਹਾਂਜੀ, ਏਮ ਕਹਿ ਨਿਕਸਿਓ ਵਹਿਰ ਪਧਾਰਾ। ਬੈਠ ਸ਼ਾਹ ਉਮਰਾਵ ਹਕਾਰਾ। ਇਹ ਕਹਿ ਕੇ ਸਾਧ ਸੰਗਤ ਜੀ ਭਾਈ ਜੇਠਾ ਜੀ ਚਲੇ ਗਏ। ਜਹਾਂਗੀਰ ਬਾਹਰ ਆਇਆ ਜਿੱਥੇ ਦਰਬਾਰ ਲੱਗਦਾ ਹੈ। ਹਾਂਜੀ, ਕਹਿਓ ਜਾਹੋ ਅਬ ਹਵੈ ਕਰ ਤਿਆਰ। ਹਾਂਜੀ। ਸਤਿਗੁਰ ਕੇ ਢਿਗ ਬਿਲਮ ਵਿਸਾਰ। ਤੇ ਵਜ਼ੀਰ ਖਾਨ ਨੂੰ ਸੱਦਿਆ। ਵਜ਼ੀਰ ਖਾਨ ਨੂੰ ਆਖਿਆ ਜਾਓ, ਛੇਤੀ ਜਾਓ, ਦੇਰ ਨਾ ਕਰੋ ਤੇ ਗਵਾਲੀਅਰ ਦੇ ਵਿੱਚ ਜਾਓ। ਹਾਂਜੀ, ਮਮ ਦਿਸ਼ਤੇ ਲੈ ਗਮਹੁ ਉਪਾਇਨ। ਧਰ ਆਗੇ ਕਰ ਬੰਧਨ ਪਾਇਨ। ਬਿਨਤੀ ਬਹੁ ਬਖਾਨ ਸੰਗ ਆਨੋ। ਦੇਹੋ ਦਰਸ ਨਿਜ ਕਰੁਣਾ ਠਾਨੋ। ਤੇ ਕਹਿਣ ਲੱਗੇ ਮੇਰੇ ਵੱਲੋਂ ਜਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਿਓ, ਭੇਟਾਵਾਂ ਦਿਓ ਤੇ ਫਿਰ ਮਹਾਰਾਜ ਨੂੰ ਕਿਹੋ ਵੀ ਸੱਚੇ ਪਾਤਸ਼ਾਹ ਛੇਤੀ ਆ ਕੇ ਦਿੱਲੀ ਦਰਸ਼ਨ ਦਿਓ। ਕਿਉਂ? ਡਰਦਾ ਮਰਦਾ ਕੀ ਨਹੀਂ ਕਰਦਾ। ਹੁਣ ਉਹਨੂੰ ਪਤਾ ਵੀ ਜੇ ਮੈਂ ਮਹਾਰਾਜ ਨੂੰ ਸੱਦਿਆ ਨਾ ਤੇ ਰਾਤ ਸ਼ੇਰਾਂ ਨੇ ਫਿਰ ਆ ਜਾਣਾ ਤੇ ਅੱਜ ਮੈਨੂੰ ਖਾ ਹੀ ਜਾਣਾ ਉਹਨਾਂ ਨੇ। ਤੇ ਸਾਧ ਸੰਗਤ ਜੀ ਹੁਣ ਵਜ਼ੀਰ ਖਾਂ ਸਤਿਗੁਰਾਂ ਦੇ ਕੋਲ ਜਾਏਗਾ। ਅੱਗੋਂ ਜੋ ਕਥਾ ਹੋਏਗੀ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਕਿਵੇਂ ਆਉਂਦੇ ਆ, ਜੋ ਰਾਜੇ ਕੈਦ ਕੀਤੇ ਹੋਣੇ ਆ ਸਤਿਗੁਰਾਂ ਨੇ ਉਹ ਵੀ ਛਡਾਉਣੇ ਆ ਸਾਰੇ। ਕੱਲ ਦੇ ਪ੍ਰਸੰਗ ਵਿੱਚ, ਪਰਸੋਂ ਦੇ ਪ੍ਰਸੰਗ 'ਚ ਇਹ ਗੱਲਾਂ ਆਉਣਗੀਆਂ। ਆਪਾਂ ਪ੍ਰੇਮ ਦੇ ਨਾਲ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰਾਂ ਕਰਨ। ਅੱਜ ਸਾਡੇ ਇੱਥੇ ਭਾਈ ਮਹਿੰਦਰ ਸਿੰਘ ਜੀ ਡਾਕਟਰ ਜੀ ਬਜ਼ੁਰਗ ਬੜਾ ਲੰਮਾ ਸਮਾਂ ਆ ਕੇ ਸੰਗਤ ਵਿੱਚ ਬੈਠਦੇ ਰਹੇ ਆ, ਕਥਾ ਸੁਣਦੇ ਰਹੇ ਆ। ਸ਼ਾਮ ਨੂੰ ਉਹਨਾਂ ਦੀ ਬਰਸੀ ਹੈ ਤੇ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਸੰਗਤ ਦੀ ਜਲ ਪਾਣੀ ਦੀ ਸੇਵਾ ਕੀਤੀ ਜਾਣੀ ਹੈ। ਸੋ ਸਾਰੀਆਂ ਸੰਗਤਾਂ ਜਲ ਪਾਣੀ ਛਕਿਓ। ਇਹ ਪਰਿਵਾਰ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਹੁਣ 2 ਮਿੰਟ ਗੁਰਮੰਤਰ ਦਾ ਜਾਪ ਕਰਕੇ ਫਿਰ ਅਰਦਾਸ ਖਿਮਾ ਮੰਗੇਗਾ। ਗੱਜ ਕੇ ਸਾਰੇ ਕਹੋ ਜੀ, ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ। ਗੱਜ ਕੇ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ।
ਜਪ ਵਾਹਿਗੁਰੂ 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 ਪ੍ਰੇਮ ਨਾਲ ਗੱਜ ਕੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਆਪ ਜਿੰਨੇ ਵੀ ਚੱਲ ਕੇ ਆਏ ਹੋ ਗੁਰੂ ਜੀ ਤੁਹਾਡਾ ਸਾਰਿਆਂ ਦਾ ਆਇਆ ਹੋਇਆ ਸਫਲਾ ਕਰਨ। ਬਾਦਸ਼ਾਹ ਬਾਹਲਾ ਹੀ ਡਰ ਗਿਆ, ਬਹੁਤਾ ਹੀ ਡਰ ਗਿਆ ਹੈ ਤੇ ਹੁਣ ਕਿਵੇਂ ਮਹਾਰਾਜ ਨੂੰ ਫਿਰ ਬੇਨਤੀਆਂ ਦੇ ਨਾਲ ਸੱਦੇ ਭੇਜਦਾ। ਸਤਿਗੁਰੂ ਜੀ ਆਉਂਦੇ ਨੇ, ਆ ਕੇ ਫਿਰ ਕਿਵੇਂ ਸਾਰੇ ਰਾਜਿਆਂ ਨੂੰ ਮੁਕਤ ਕਰਾਉਂਦੇ ਆ, ਉਹ ਪ੍ਰਸੰਗ ਕਥਾ ਕੱਲ੍ਹ ਨੂੰ ਸਰਵਣ ਕਰਾਂਗੇ। ਸਾਧ ਸੰਗਤ ਜੀ 7 ਤਰੀਕ ਨੂੰ ਜਿਨ੍ਹਾਂ ਦੇ ਚਰਨਾਂ ਵਿੱਚ ਬੈਠੇ ਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਹਨ। ਗੁਰੂ ਜੀ ਦੀ ਮਿਹਰ ਦੇ ਨਾਲ ਆਪਾਂ ਸਾਰੇ 7 ਤਰੀਕ ਨੂੰ ਸ਼ਾਮ ਦੇ ਦੀਵਾਨਾਂ ਦੇ ਵਿੱਚ ਗੁਰੂ ਜੀ ਦੇ ਗੁਰਪੁਰਬ ਮਨਾਵਾਂਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆ 7 ਤਰੀਕ ਨੂੰ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਅਸੀਂ ਪ੍ਰੇਮ ਦੇ ਨਾਲ ਮਨਾਵਾਂਗੇ। ਸਾਰੀਆਂ ਸੰਗਤਾਂ ਪਹੁੰਚਿਓ, ਹਾਜ਼ਰੀ ਭਰਿਓ, ਲਾਹੇ ਪ੍ਰਾਪਤ ਕਰਿਓ। ਗੁਰੂ ਜੀ ਸਭਨਾਂ ਦੇ ਉੱਤੇ ਮਿਹਰਾਂ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।